ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਗਰਮੀਆਂ ਦਾ ਮੌਸਮ ਖਤਮ ਹੋ ਗਿਆ ਅਤੇ ਇਸ ਸਮੇਂ ਬਹੁਤ ਹੀ ਗਰਮੀ ਹੈ, ਜਿਸ ਕਾਰਨ ਹਿਮਾਚਲ ਦੇ ਪਹਾੜਾਂ ਵਿੱਚ ਬਰਫ਼ ਪਿਘਲ ਰਹੀ ਹੈ ਤੇ ਡੈਮ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ, ਜਿਸ ਕਾਰਨ ਡੈਮਾਂ ਨੂੰ ਨਹਿਰਾਂ ਵਿੱਚ ਜ਼ਿਆਦਾ ਪਾਣੀ ਛੱਡਣਾ ਪੈ ਰਿਹਾ ਹੈ। ਜ਼ਿਲ੍ਹਾ ਪਠਾਨਕੋਟ ਵਿੱਚ ਵੀ ਇਸ ਸਮੇਂ ਕਾਫੀ ਪਾਣੀ ਛੱਡਿਆ ਜਾ ਰਿਹਾ ਤੇ ਨਹਿਰਾਂ ਵਿੱਚ, ਪਰ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਇਹਨਾਂ ਨਹਿਰਾਂ ਵਿੱਚ ਨਹਾਉਣ ਲਈ ਆ ਰਹੇ ਹਨ ਅਤੇ ਉਹ ਵੀ ਨਹੀਂ ਸੋਚ ਰਹੇ ਕਿ ਇੱਥੇ ਪਾਣੀ ਦੀ बहुत आत है ਅਤੇ ਪਾਣੀ ਦਾ ਵਹਾਅ ਵੀ ਤੇਜ਼ ਹੈ। ਫਿਰ ਵੀ ਬੱਚੇ ਅਤੇ ਨੌਜਵਾਨ ਇਸ਼ਨਾਨ ਕਰ ਰਹੇ ਹਨ। ਇਹਨਾਂ ਨਹਿਰਾਂ ਵਿੱਚ ਕਈ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਡੀਸੀ ਨਵਜੋਤਪਾਲ ਸਿੰਘ ਰੰਧਾਵਾ ਨਵਾਂਸ਼ਹਿਰ ਵੱਲੋਂ ਅੱਜ ਸਹਿਕਾਰੀ ਖੰਡ ਮਿਲ ਦਾ ਦੌਰਾ ਕੀਤਾ ਗਿਆ ਤੇ ਨਵਾਂਸ਼ਹਿਰ ਦੀ ਚਾਰ ਦੀਵਾਰੀ ਵਿੱਚ ਚੱਲ ਰਹੇ ਫੋਸਿਲ ਫਿਊਲ ਆਧਾਰਿਤ ਪਾਵਰ ਪਲਾਂਟ ਵਿੱਚੋਂ ਸਵਾਹ ਨਿਕਲਣ ਦੀ ਸਮੱਸਿਆ ਜਲਦੀ ਹੀ ਬੀਤੇ ਦਿਨ ਦੀ ਗੱਲ ਹੋ ਜਾਵੇਗੀ, ਕਿਉਂਕਿ ਗਿੱਲੇ ਸਕਬਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਡੀਸੀ ਰੰਧਾਵਾ ਨੇ ਅੱਜ ਕੋ ਜਨਰੇਸ਼ਨ ਪਾਵਰ ਪਲਾਂਟ ਦਾ ਦੌਰਾ ਕਰਦਿਆਂ ਦੱਸਿਆ ਕਿ ਪਲਾਂਟ ਦੀ ਟੈਸਟ ਰਨ ਜੁਲਾਈ ਦੇ ਦੂਜੇ ਹਫਤੇ ESP ਦੀ ਲੋੜੀਂਦੀ ਨਵੀਨੀਕਰਨ ਤੋਂ ਬਾਅਦ ਕੀਤੀ ਜਾਵੇਗੀ। ਅੱਜ ਪਾਵਰ ਪਲਾਂਟ ਦੀ ਇਨਸਪੈਕਸ਼ਨ ਕੀਤੀ ਗਈ, ਦੇਖਣ ਵਾਸਤੇ ਕਿ ਇਹਨਾਂ ਨੇ ਜਿਹੜਾ ਵੈਟ ਸਕਰਬਰ ਲਾਉਣਾ ਸੀਗਾ ਉਹਦਾ ਕੰਮ ਕੰਪਲੀਟ ਹੋ ਗਿਆ ਕਿ ਨਹੀਂ। ਇੰਸਪੈਕਸ਼ਨ ਦੇ ਵਿੱਚ ਪਾਇਆ ਗਿਆ ਕਿ ਵੈਟ ਸਕਰਬਰ ਦਾ ਕੰਮ ਕੰਪਲੀਟ ਹੋ ਗਿਆ। ਇਹਦੇ ਉੱਤੇ ਓਨਲੀ ਜਿਹੜੀ ਇਨਸੂਲੇਸ਼ਨ ਹੈ ਵਿਚ ਹੈਜ਼ ਜਿਹਦਾ ਕੋਈ ਲੈਣਾ ਦੇਣਾ ਨਹੀਂ ਪੋਲਿਊਸ਼ਨ ਦੇ ਨਾਲ। ਇਨਸੂਲੇਸ਼ਨ ਤਾਂ ਸੇਫਟੀ ਵਾਸਤੇ ਹੀ ਹੁੰਦੀ ਹੈ ਕਿ ਤੱਤਾ ਹੱਥ ਨਾ ਲੱਗੇ, ਉਹ ਹਲੇ ਕੰਪਲੀਟ ਕਰਨੀ ਰਹਿੰਦੀ ਹੈ। ਅਤੇ ਉਹ ਇਨਸੂਲੇਸ਼ਨ ਹੋਵੇ ਨਾ ਹੋਵੇ ਤਾਂ ਵੀ ਵੈਟ ਸਕਰਬਰ ਫੁੱਲੀ ਫੰਕਸ਼ਨਲ ਹੈਗਾ। ਇਹਨਾਂ ਨੇ ਆਲਰੇਡੀ ਇੱਕ ਸਮੋਕ ਰਨ ਕਰ ਲਿਆ ਅਤੇ ਟੈਸਟ ਰਨ ਵਾਸਤੇ ਰॉ ਮਟੀਰੀਅਲ ਇਕੱਠਾ ਕਰ ਰਹੇ ਹੈ, ਜਿਹੜਾ ਸੈਕਿੰਡ ਵੀਕ ਆਫ ਜੁਲਾਈ ਦੇ ਵਿੱਚ ਕਰਨਗੇ ਅਤੇ ਅਗਲੀ ਇਨਸਪੈਕਸ਼ਨ ਥਰਡ ਵੀਕ ਆਫ ਜੁਲਾਈ 'ਚ ਹੋਊਗਾ। ਅਤੇ ਕੰਮ ਤਾਂ ਬਿਲਕੁਲ ਹੀ ਕੰਪਲੀਟ ਹੋ ਚੁੱਕਿਆ ਹੈ। ਆਹ ਤੁਹਾਡੇ ਸਾਹਮਣੇ ਹੀ ਤੁਸੀਂ ਦੇਖ ਲਿਆ ਹੋਊਗਾ ਕਿ ਜਿਹੜਾ ਵੈਟ ਸਕਰਬਰ ਤਾਂ ਟੋਟਲੀ ਇੰਸਟਾਲਡ ਹੈ। ਇਸ ਤੋਂ ਇਲਾਵਾ ਜਿਹੜੀ ਇਨਸੂਲੇਸ਼ਨ ਹੈ ਉਹ ਤਾਂ ਓਨਲੀ ਇਹਨਾਂ ਦੀ ਸੇਫਟੀ ਵਾਸਤੇ ਹੈ ਕਿ ਤੱਤਾ ਹੱਥ ਨਾ ਵੱਜੇ ਅਤੇ ਹੀਟ ਲੋਸ ਨਾ ਹੋਵੇ। ਜਿਹੜਾ ਪੋਲੂਸ਼ਨ ਵਾਲਾ ਪਾਰਟ ਹੈ ਉਹ ਤਾਂ ਕੰਪਲੀਟ ਹੈ ਐਂਡ ਉਹ ਹੈਗਾ ਵੀ ਐਕਸਟਰਨਲ ਹੈ, ਕੋਈ ਹਿਡਨ ਚੀਜ਼ ਹੈ ਨਹੀਂ। ਖੱਬੇ ਪਾਸੇ एक्सटर्नली सारा दिखता है। वाइट स्क्रबर जो बना हुआ है 100% इंस्टॉलेशन 100% कंप्लीटेड। इसके बाद स्मोक टेस्ट भी हो गया है और अपना इसका पूरा ट्रायल रन के लिए परफॉर्मेंस ट्रायल के लिए हम जुलाई का सेकंड वीक में चलाएगा, तभी पूरा पता चल जाएगा कितना पर। लेकिन हम लोग जो पूरा लेटेस्ट टेक्नोलॉजी वाला लगाया है ये 100% एफिशिएंट है, इसके ऊपर कोई संदेह नहीं है। कब तक पूरा हो जाएगा ये काम? हमारा काम तो 100% पूरा हो चुका है। ओनली पूरा हमारा परफॉर्मेंस ट्रायल के लिए हमें जुलाई का सेकंड वीक में करेगा। लेकिन कल लोक संघर्ष मंच ने यहाँ का जायजा लिया, वो कहते हैं कि जूं की चाल काम चल रहा है और पूरा नहीं हो रहा है, जल्दी से पूरा नहीं होगा। उसके बारे में आपका क्या कहना है? 100% काम जो बोले है उनको, जो अपने पूरे इंजीनियर नहीं है उनको पता नहीं है। हमारा काम 100% कंप्लीट है। इसको कब ट्रायल करेंगे, कितनी तारीख तक? हम अपना पूरा बाई 15 जुलाई होपफुली हमको पूरा मैंने परफॉर्मेंस ट्रायल लेने के लिए मेरा अपना उम्मीद है। ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਪੁਲਿਸ ਵਿਭਾਗ ਦੀ ਵੈਨ ਕੰਧ ਵਿੱਚ ਜਾ ਵੱਜੀ ਤੇ ਕੰਧ ਡਿੱਗਣ ਨਾਲ ਉੱਥੇ ਖੜੀਆਂ ਗੱਡੀਆਂ ਨੁਕਸਾਨੀਆਂ ਗਈਆਂ। ਲੋਕਾਂ ਨੇ ਦੱਸਿਆ ਕਿ ਢੋ ਵੈਨ ਨੂੰ ਇੱਕ ਬੱਚਾ ਚਲਾ ਰਿਹਾ ਸੀ, ਜਿਸ ਕਰਕੇ ਇਹ ਹਾਦਸਾ ਪੇਸ਼ ਆ ਗਿਆ। ਦੂਜੇ ਪਾਸੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹ ਭਰਪਾਈ ਦੀ ਮੰਗ ਕਰ ਰਹੇ ਹਨ। ਇਸ ਬਾਬਤ ADCP ਅਮਨਦੀਪ ਕੌਰ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਰਵਿੰਦਰ ਸਿੰਘ ਜੀ ਮੇਰਾ ਨਾਮ, ਠੀਕ ਹੈ ਜੀ। ਸਾਡਾ ਇੱਥੇ ਸੁਮਿਤ ਗਾਨਾ ਹੋਸਿਆ, ਗੱਡੀ ਸਾਡੀ ਥੱਲੇ ਲੱਗੀ ਸੀ ਪੁਲ ਦੇ, ਟੋ ਵੈਨ ਨੂੰ ਬੱਚਾ ਚਲਾ ਰਿਹਾ ਸੀ, ਕੋਈ 12-14 ਸਾਲ ਦਾ ਬੱਚਾ ਸੀ, ਉਹ ਚਲਾ ਰਿਹਾ ਸੀ। ਗੱਡੀ ਉਹਨੇ ਥੱਲੇ ਲਾਤੀ ਆ, ਗੱਡੀ ਥੱਲੇ ਸਾਡੀ ਡੈਮੇਜ ਹੋ ਚੁੱਕੀ ਹੈ ਪੂਰੀ, ਠੀਕ ਹੈ ਜੀ। ਅਜੇ ਤੱਕ ਠੇਕੇਦਾਰ ਸਾਹਿਬ ਸਾਹਮਣੇ ਨਹੀਂ ਆ ਰਹੇ। ਆਉਂਦਿਆਂ ਉਹਨਾਂ ਨੂੰ ਕਿਹਾ ਜੀ ਤੁਹਾਡਾ ਕੋਈ ਕਸੂਰ ਨਹੀਂ ਹੈ, ਠੇਕੇਦਾਰ ਸਾਹਿਬ ਸਾਹਮਣੇ ਕਰੋ, ਠੀਕ ਹੈ ਜੀ। ਅਜੇ ਤੱਕ ਕੋਈ ਉਹ ਨਹੀਂ ਆ ਰਹੇ ਠੇਕੇਦਾਰ ਸਾਹਿਬ। ਗੱਡੀ ਟੋਟਲ ਹੋ ਚੁੱਕੀ ਆ। ਬੱਚਾ ਪਤਾ ਲੱਗਾ ਜੀ ਕਿੰਨਾ ਦਾ ਬੱਚਾ? ਵੇਖੋ ਜੀ, ਇਹ ਗੱਡੀਆਂ ਵਾਲਿਆਂ ਦੇ ਨਾਲ ਹੀ ਬੱਚਾ ਸੀ, ਉਹ ਗੱਡੀ 'ਚ ਬੈਠਾ ਸੀ, ਉਹਨੇ ਗੇਅਰ ਲਾਤਾ, ਗੱਡੀ ਸਟਾਰਟ ਕਰਤੀ, ਕੀ ਕਰਤਾ? ਲਾਪਰਵਾਹੀ। ਮੰਗ ਜੀ ਸਾਡੀ ਗੱਡੀ ਟੋਟਲ ਲਾਸ ਹੋ ਚੁੱਕੀ ਆ, ਸਾਡੀ ਗੱਡੀ ਦੀ ਭਰਪਾਈ ਹੋਈ ਜਾਵੇ। ਰਿਕਸ਼ੇ ਵਾਲਾ 1 ਮਿੰਟ ਹੀ ਹੋਇਆ ਜੀ, ਉੱਠ ਕੇ ਗਿਆ ਤੇ ਗੱਡੀ ਉੱਥੇ ਚਲ ਗਈ ਆ। ਰਿਕਸ਼ਾ ਉਹਦਾ ਵੀ ਟੋਟਲ ਲਾਸ ਹੋ ਚੁੱਕਾ ਵਾ, ਉਹ ਵੀ ਵਿਚਾਰਾ ਅਜੇ ਇੱਥੇ ਮਤਲਬ ਅਜੇ ਕੋਈ ਨਹੀਂ ਜੀ, ਵੀ ਕੋਈ ਨਹੀਂ ਆ ਰਹੇ ਕਿ ਸਾਡੇ ਨਾਲ ਕੋਈ ਗੱਲਬਾਤ ਕਰਨ ਕਿ ਅਸੀਂ ਤੁਹਾਡੀ ਭਰਪਾਈ ਕਰਵਾਉਂਦੇ ਆ ਕੀ ਨਹੀਂ ਆ।
ठीक है जी। ठेकेदार साहब भी अजे नहीं पहुंचे, अजे तक सानू कोई नहीं मिलिया कि किन्ने कीता आ, कौन विच बैठा ही। ते पर जांच होनी चाहिए, हाँ पूरी जांच होनी चाहिए। सानू पता वा कि बच्चा छोटा जिहा बैठा वा, वो बेचारा रो रहा ही विच, ठीक है जी, ਉਹਨੂੰ ਇਹਨਾਂ ਨੇ ਕੱਢਿਆ ਵਾ। ਐਕਚੁਅਲੀ ਇਹਦੇ ਵਿੱਚ ਮੈਨੂੰ ਫੋਨ ਹੀ ਆਇਆ ਸੀਗਾ ਕਿ ਇਸ ਤਰ੍ਹਾਂ ਇੱਕ ਟੋ ਵੈਨ ਜਿਹੜੀ ਆ ਉਹਦਾ ਅੱਧਾ ਹਿੱਸਾ ਜਿਹੜਾ ਬ੍ਰਿਜ ਭੰਡਾਰੀ ਬ੍ਰਿਜ ਤੋਂ ਅੱਧਾ ਥੱਲੇ ਨੂੰ ਆ ਤੇ ਉਹਦੇ ਥੱਲੇ ਜਿਹੜੀ ਸੀ ਰੋਡ ਚੱਲਦੀ ਸੀ ਤੇ ਅੱਧਾ ਉੱਪਰ ਹੀ ਆ। ਉਹਦੇ ਵਿੱਚ ਜਦੋਂ ਮੈਂ ਆਣ ਕੇ ਵੇਖਿਆ ਤਾਂ ਉਹਦੇ ਵਿੱਚ ਇੱਕ ਗੱਡੀ ਸੀਗੀ ਜਿਹਦਾ ਕਾਫੀ ਜ਼ਿਆਦਾ ਨੁਕਸਾਨ, ਮਤਲਬ ਉਹਦੀ ਛੱਤਾਂ ਦੇ ਉੱਤੇ ਜਿੰਨੀਆਂ ਵੀ ਇੱਟਾਂ ਸੀਗੀਆਂ, ਪੱਥਰ ਸੀਗੇ, ਉਹ ਡਿੱਗੇ ਹੋਏ ਸੀਗੇ। ਔਰ ਇੱਕ ਰਿਕਸ਼ਾ ਜਿਹੜਾ ਬਿਲਕੁਲ ਹੀ ਜਿਹੜਾ ਉਹਦਾ ਨੁਕਸਾਨ ਕਹਿੰਦੇ ਹੋ ਗਿਆ। ਔਰ ਗੁਰੂ ਮਹਾਰਾਜ ਦਾ ਸ਼ੁਕਰ ਆ ਕਿ ਉਹਦੇ ਵਿੱਚ ਕੋਈ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ। ਤੇ ਇਹਦੇ ਵਿੱਚੋਂ ਆਲਰੇਡੀ ਮੈਂ ਠੇਕੇਦਾਰਾਂ ਨੂੰ ਬੁਲਾਇਆ ਹੋਇਆ ਕਿ ਇਹਦੇ ਵਿੱਚ ਕੀ ਪ੍ਰੋਬਲਮ ਹੋਈ ਆ, ਕਿੰਨੇ ਕੌਣ ਗੱਡੀ ਚਲਾ ਰਿਹਾ ਸੀਗਾ, ਕਿਉਂਕਿ ਇਸ ਟਾਈਮ ਇੱਥੇ ਦੱਸਣ ਨਹੀਂ ਡਿਆ। ਜਿਹੜਾ ਵੀ ਲੜਕਾ ਹੈਗਾ ਸੀ ਉਹ ਉੱਥੇ ਹੈ ਨਹੀਂ, ਤੋ ਦੱਸਣਗੇ ਕਿਉਂਕਿ ਆਲਰੇਡੀ ਇਹਦੇ 'ਚ ਨੋਰਮ ਹੈਗੇ ਆ 18 ਸਾਲ ਤੋਂ ਘੱਟ ਜਿਹੜਾ ਉਹ ਨਹੀਂ ਆ। ਆਲਰੇਡੀ ਜਿਹੜੇ ਅਸੀਂ ਡਰਾਈਵਰ ਸੀਗੇ ਉਹ ਸਾਡੇ 25 ਤੋਂ 30 ਸਾਲ ਦੇ ਵਿੱਚ ਜਿਹੜੇ 30 ਤੋਂ ਉੱਪਰ ਹੀ ਸੀਗੇ ਜਿਹੜੇ ਡਰਾਈਵਰ, ਜਿਹੜੇ ਮੈਂ ਵੇਖੇ ਹੋਏ ਸੀ ਨਾਲ, ਜਿਹੜੇ ਵੀ ਇਹਨਾਂ ਦੇ ਹੈਲਪਰ ਆ, ਔਰ ਪ੍ਰੋਪਰ ਇਹਨਾਂ ਦੇ ਡਾਕੂਮੈਂਟ ਵਗੈਰਾ ਸਾਰਾ ਕੁਝ ਸੀਗਾ। ਔਰ ਹੁਣ ਜਿਵੇਂ ਦੱਸਣ ਵਿੱਚ ਆਇਆ ਕਿ ਕੋਈ ਮਾਈਨਰ ਬੱਚਾ ਸੀਗਾ, ਉਹ ਵੈਰੀਫਾਈ ਕਰਨ ਰਹੇ ਆ, ਦੇਖਦੇ ਆ ਕੀ ਆ। ਬਾਕੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਵਾ ਉਹ ਠੇਕੇਦਾਰਾਂ ਦਾ ਇਹਨਾਂ ਦੇ ਮੁਤਾਬਕ ਜਿਹੜਾ ਇਹਨਾਂ ਦਾ ਹੋਇਆ ਸੀਗਾ, ਮਤਾ ਪਿਆ ਸੀਗਾ, ਉਹਦੇ ਵਿੱਚ ਠੇਕੇਦਾਰ ਜਿੰਨਾ ਵੀ ਇਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਜਿਹੜੀ ਆ ਉਹ ਭਰਪਾਈ ਜਿਹੜੀ ਕਹਿੰਦੇ ਹੁੰਦੇ ਜਿੰਨੀ ਵੀ ਭਰਪਾਈ ਹੋਊਗੀ ਉਹ ਕਰਵਾਉਣਗੇ, ਕੰਪਨਸੇਟ ਉਹ ਕਰਵਾਉਣਗੇ ਇਹਨਾਂ ਦਾ। ਔਰ ਇੰਸ਼ੋਰ ਜ਼ਰੂਰੀ ਆ ਜਿਨ੍ਹਾਂ ਦਾ ਨੁਕਸਾਨ ਹੋਇਆ। ਨਹਿਰੀ ਪਟਵਾਰ ਯੂਨੀਅਨ ਵੱਲੋਂ ਇੱਕ ਪਟਵਾਰੀ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਦੇ ਮਾਮਲੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਫਾਜ਼ਿਲਕਾ ਪੁਲਿਸ ਖਿਲਾਫ ਧਰਨਾ ਦਿੱਤਾ ਗਿਆ। ਜਦੋਂ ਪਟਵਾਰੀ ਰਾਜਕੁਮਾਰ ਨੇ ਸਰਪੰਚ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਉਸ ਕੋਲ ਮੌਜੂਦ ਸਰਕਾਰੀ ਰਿਕਾਰਡ ਵੀ ਪਾੜ ਦਿੱਤਾ ਗਿਆ। ਉਸ ਅਨੁਸਾਰ ਜਦੋਂ ਉਹ ਤੇ ਗੁਰਦੁਆਰਾ ਸਾਹਿਬ ਗਿਆ ਤਾਂ ਮੁਲਜ਼ਮਾਂ ਨੇ ਉਸ ਨਾਲ ਗਾਲੀ ਗਲੋਚ ਵੀ ਕੀਤੀ, ਜਿਸ ਤੋਂ ਬਾਅਦ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪੁਲਿਸ ਵੱਲੋਂ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਗਿਆ, ਪਰ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ। ਦੀ ਰੈਵਨਿਊ ਪਟਵਾਰ ਯੂਨੀਅਨ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਆ। ਅਸੀਂ ਇਹ ਅੱਜ ਧਰਨਾ ਜਿਹੜਾ ਲਾਇਆ, ਇੱਕ ਸਾਡੇ ਸਾਥੀ ਨਹਿਰੀ ਪਟਵਾਰੀ ਦੇ ਨਾਲ ਪਿੰਡ ਕੁੰਡਲ ਦੇ ਵਿੱਚ ਜਿਹੜੀ ਸਾਬਕਾ ਸਰਪੰਚ ਨੇ ਸ਼ਰਾਰਤੀ ਅਨਸਰ ਨੇ ਉਹਦੇ ਨਾਲ ਜਿਹੜੀ ਹੱਥਪਾਈ ਕੀਤੀ ਸੀ, ਉਹਦੇ ਨਾਲ ਕੁੱਟਮਾਰ ਕੀਤੀ ਸੀ, ਉਹਦੇ ਵਿਰੋਧ ਦੇ ਵਿੱਚ ਕਿ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਉਹਨਾਂ 'ਤੇ ਕਾਰਵਾਈ ਨਹੀਂ ਕੀਤੀ ਜਾ ਰਹੀ, ਉਹਦੇ ਵਿਰੋਧ ਦੇ ਵਿੱਚ ਅਸੀਂ ਆਪ ਦਾ ਸੰਘਰਸ਼ ਇੱਥੇ ਸ਼ੁਰੂ ਕੀਤਾ ਜੀ। ਜ਼ਿਲ੍ਹਾ ਲੈਵਲ ਤੇ, ਤਹਿਸੀਲ ਲੈਵਲ ਤੇ ਪਹਿਲਾਂ ਹਬੋਰ ਸਬ ਡਿਵੀਜ਼ਨ ਦੇ ਵਿੱਚ ਸਾਡੇ ਧਰਨੇ ਚੱਲੇ ਆ ਰਹੇ ਹੈ, ਪਰ ਜਦੋਂ ਸਾਡੀ ਸੁਣਵਾਈ ਪਿਛਲੇ 15 ਦਿਨਾਂ ਤੋਂ ਨਹੀਂ ਹੋਈ ਤਾਂ ਅਸੀਂ ਇਹ ਧਰਨਾ ਹੁਣ ਅਸੀਂ ਜ਼ਿਲ੍ਹਾ ਲੈਵਲ ਤੇ ਇੱਥੇ ਫਾਜ਼ਿਲਕਾ SSP ਦਫ਼ਤਰ ਦੇ ਬਾਹਰ ਲੈ ਕੇ ਆਏ ਹਾਂ। ਜੇ ਇੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀਗੀ, ਜੇ SSP ਮੈਡਮ ਸਾਰੇ ਰੂਲਾਂ ਨੂੰ ਛਿੱਕੇ ਟੰਗ ਕੇ ਉਸ ਬੰਦੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਇਹ ਧਰਨਾ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ। ਜੀ ਮੈਂ ਪਿੰਡ ਵਿੱਚ ਗਿਆ ਸੀ ਵਾਰੀ ਚਲਾਉਣ, ਉੱਥੇ ਉਹਨਾਂ ਨੇ ਉੱਚ ਅਧਿਕਾਰੀ ਨੂੰ ਗਾਲਾਂ ਕੱਢੀਆਂ, ਗਾਲੀ ਗਲੋਚ ਕੀਤਾ ਤੇ ਮੇਰੇ ਥੱਪੜ ਮਾਰੇ ਜੀ। ਫਿਰ ਉਹਨਾਂ ਨੇ ਉੱਥੇ ਹਥਿਆਰ ਝੂਰ ਦਾ ਵੀ ਪ੍ਰਬੰਧ ਕਰਤਾ, ਕਹਿੰਦਾ ਅੱਜ ਇਹਦਾ ਇੱਥੇ ਕੱਟੀ ਕੱਢ ਹੀ ਦਿੰਦੇ ਹਾਂ। ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅਸੀਂ ਕਹਿੰਦੇ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਮੇਰਾ ਪਰਿਵਾਰ ਬੜਾ ਖਤਰੇ ਦੇ ਵਿੱਚ ਹੈ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੇਰੀ ਗੁੱਡੀਆ ਵੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਪਟਿਆਲੇ 'ਚ ਹੈ। ਉਹ ਨੇ DSP SSP ਸਾਰਿਆਂ ਨੂੰ ਹੀ ਕਿਹਾ ਜੀ, ਲੇਕਿਨ ਇਹ ਕੋਈ ਸਾਡੀ ਕੋਈ ਇਹਨਾਂ ਨੇ ਹਾਲੇ ਕੋਈ ਮਦਦ ਨਹੀਂ ਕੀਤੀ ਜੀ। ਨਹਿਰੀ ਪਟਵਾਰੀ ਉਹਨਾਂ ਦਾ ਕੋਈ ਕਿਸੇ ਮੁਲਾਜ਼ਮ ਤੇ ਕੋਈ ਪ੍ਰਾਈਵੇਟ ਬੰਦਾ ਗੱਲ ਪਿਆ, ਉਸ ਸੰਬੰਧੀ ਥਾਣੇ ਸਦਰ ਅਬੋਹਰ ਮੁਕੱਦਮਾ ਦਰਜ, ਉਹਦੇ ਸੰਬੰਧ ਵਿੱਚ ਇਹਨਾਂ ਨੇ ਧਰਨਾ ਲਾਇਆ। ਉਹਦੇ 'ਚ ਸੀਨੀਅਰ ਅਫਸਰ ਨੇ ਸਾਨੂੰ ਇਹਨਾਂ ਦਾ ਮੰਗ ਪੱਤਰ ਜੋ ਇਹਨਾਂ ਦੀ ਮੰਗਾਂ ਨੇ ਕਿ ਉਹਨਾਂ 'ਤੇ ਸੁਣ ਕੇ ਉਹਦਾ ਗੌਰ ਕਰਨ ਲਈ ਭੇਜਿਆ ਸੀ। ਜੇ ਉਹਨਾਂ ਕਿਹਾ ਜੇ ਤੁਸੀਂ ਮੰਗ ਪੱਤਰ ਦੇਣਾ ਚਾਹੁੰਦੇ ਦਿਓ, ਇਹਨਾਂ ਕਿਹਾ ਵੀ ਅਸੀਂ ਮੰਗ ਪੱਤਰ ਨਹੀਂ ਦੇਣਾ ਹੈਗਾ। ਆਲਰੇਡੀ ਬਾਈ ਨੇ ਪਹਿਲੋਂ ਪਰਚਾ ਆਈਡੈਂਟੀਫਾਈਡ ਦੀ ਲੋੜ, ਆਲਰੇਡੀ ਪਹਿਲੋਂ ਬਾਈ ਨੇ ਪਰਚਾ ਦਰਜ ਹੈਗੀ, ਇਨਵੈਸਟੀਗੇਸ਼ਨ ਹੋ ਰਹੀ ਹੈ, ਜੋ ਇਨਵੈਸਟੀਗੇਸ਼ਨ ਜੋ ਬਣਦੀ ਕਾਰਵਾਈ ਕੀਤੀ ਜਾਊਗੀ। ਮਾਛੀਵਾੜਾ ਦੇ ਨਿਵਾਸੀ ਮਨਜੀਤ ਸਿੰਘ ਵੱਲੋਂ ਜਦੋਂ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਜੁੱਤੀਆਂ ਡੰਡਿਆਂ ਨਾਲ ਕੁੱਟਦਿਆਂ ਦੀ ਵੀਡੀਓ ਵੀ ਵਾਇਰਲ ਹੋ ਗਈ, ਜਿਸ ਤੇ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਥਾਣਾ ਮਾਛੀਵਾੜਾ ਮੁਖੀ DSP ਮਨਦੀਪ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਜੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਤੇ ਉਹ ਤਹਿਸੀਲਾਂ ਗੌੜ ਦੇ ਜੱਸੂ ਨਾਮ ਦੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਇੱਕ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਮੇਰਾ ਨਾਮ ਮਨਜੀਤ ਸਿੰਘ ਜੀ। ਮੈਨੂੰ ਇਹਨਾਂ ਨੇ ਘਰੋਂ ਬੁਲਾ ਕੇ ਨਾ ਜੀ ਬਹੁਤ ਜ਼ਿਆਦਾ ਕੁੱਟਿਆ ਹੈਗਾ ਜੀ। ਕੌਣ ਸੀ ਕੁੱਟਣ? ਸ਼ੀਲਾ ਜੀ ਤੇ ਇੱਕ ਘੋਗੜ ਜੀ ਤੇ ਇੱਕ ਜੱਸੂ ਜੀ। ਕਾਰਨ ਕੀ ਕੁੱਟਣ ਦਾ ਕਾਰਨ ਕੀ ਤੁਹਾਨੂੰ? ਮੈਨੂੰ ਇਹ ਕਹਿੰਦੇ ਵੀ ਨਸ਼ਾ ਵੇਚਦਾ ਹੈ। ਉਹ ਨਸ਼ਾ ਵੇਚਦੇ ਆ? ਹਾਂ ਜੀ, ਉਹ ਨਸ਼ਾ ਵੇਚਦੇ ਆ। ਅੱਛਾ, ਤੂੰ ਨਾ ਰੋਕਿਆ ਵਾ? ਮੈਂ ਰੋਕਿਆ ਜੀ। ਉਹ ਕਹਿੰਦੇ ਵੀ ਸਾਨੂੰ ਦਖਲਅੰਦਾਜ਼ੀ ਨਾ ਦੇ। ਅੱਛਾ, ਫਿਰ ਕਿੱਦਾਂ ਦੀ ਗੱਲ ਹੈ ਇਹ? ਇਹ ਐਤਵਾਰ ਦੀ ਗੱਲ ਆ ਜੀ। ਤੈਨੂੰ ਪਤਾ ਘਰ ਦੇ ਬਾਹਰ ਕੁੱਟਿਆ? ਕਿੱਥੇ ਘਰ? ਪਹਿਲਾਂ ਘਰ ਦੇ ਬਾਹਰ ਕੁੱਟਿਆ ਜੀ, ਇਕੱਲਾ ਹੀ ਸੀਗਾ ਜੀ ਮੈਂ ਘਰੇ। ਘਰੇ ਹੋਰ ਕੋਈ ਨਹੀਂ ਸੀਗਾ ਜੀ। ਅੱਛਾ, ਤੇ ਬਾਅਦ ਚ ਮੈਨੂੰ G2 ਚ ਲੈ ਗਏ ਜੀ। ਇਹ ਉਹ ਚੱਕ ਕੇ ਲੈ ਕੇ? ਹਾਂ ਜੀ, ਘੜੀਸ ਕੇ ਲੈ ਕੇ ਗਏ ਆ ਜੀ ਮੈਨੂੰ ਪੂਰਾ ਇਹ। G2 ਸੇ? ਹਾਂ ਜੀ। ਉੱਥੇ ਆ ਕੇ ਫੇਰ ਕੁੱਟਿਆ ਜੀ।
ਕਿਹਨਾਂ ਕੁੱਟਿਆ? ਸ਼ੀਲੇ ਤੇ ਨੇ, ਘੋਗੜ ਨੇ ਤੇ ਜੱਸੂ ਨੇ ਜੀ। ਕਿਹਨਾਂ ਕੁੱਟਿਆ ਕਿਹਦੇ ਨਾਲ? ਚੱਪਲਾਂ ਡੰਡੇ ਨਾਲ ਜੀ, ਚੱਪਲਾਂ ਮੇਰੇ ਚੱਪਲ ਬਹੁਤ ਫੇਰੀ ਆ ਜੀ ਇਹਨਾਂ ਨੇ। ਤੁਸੀਂ ਹੁਣ ਥਾਣੇ ਆ ਕੇ ਕੀ ਸ਼ਿਕਾਇਤ ਕੀਤੀ ਆ? ਹਾਂ ਜੀ, ਸ਼ਿਕਾਇਤ ਕਰਤੀ ਜੀ ਅਸੀਂ। ਕੀ ਕਹਿੰਦੇ ਪੁਲਿਸ ਵਾਲੇ? ਪੁਲਿਸ ਵਾਲੇ ਕਾਰਵਾਈ ਕਰਨਗੇ ਜੀ ਹੁਣ। ਕਿੱਥੇ ਕਿੱਥੇ ਕੁੱਟਿਆ ਤੁਹਾਨੂੰ ਦਿਖਾਓ ਤਾਂ। ਇੱਥੇ ਮਾਰੀਆਂ ਜੀ ਚੱਪਲਾਂ, ਸਿਰ 'ਤੇ ਮਾਰੀਆਂ ਜੀ ਮੇਰੇ, ਇੱਥੇ ਜੀ ਟੂਕੀ ਤੇ ਸਿਰ 'ਤੇ ਮਾਰੀਆਂ, ਅੱਖ ਤੇ ਲੱਗੀ ਆ ਜੀ ਇੱਥੇ। ਇਹ ਵੀਡੀਓ ਵੀ ਵਾਇਰਲ ਹੋ ਗਈ ਹੈ ਜੀ, ਵੀਡੀਓ ਵੀ ਦੇਖੀ ਤੁਸੀਂ, ਵਾਇਰਲ ਹੋ ਗਈ ਹੈ। ਹਾਂ ਜੀ। ਇਹ ਵੀਡੀਓ ਕਿਹਨੇ ਬਣਾਈ ਸੀਗੀ? ਵੀਡੀਓ ਕਿਸੇ ਬੰਦੇ ਨੇ ਬਣਾਈ ਆ ਜੀ। ਅੱਛਾ, ਉਹਨੇ ਵਾਇਰਲ ਕਰਤੀ ਕੁੱਟ? ਹਾਂ ਜੀ। ਤੁਸੀਂ ਹੁਣ ਕੀ ਮੰਗ ਕਰਦੇ ਹੋ ਪੁਲਿਸ ਤੋਂ? ਪੁਲਿਸ ਤੋਂ ਤੁਹਾਡੇ ਸਾਹਮਣੇ ਹੁਣ ਜੋ ਹੈਗਾ ਜੀ। ਹਾਂਜੀ ਮੈਮ, ਇੱਕ ਅੱਜ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ ਮੈਮ, ਉਸ ਬਾਰੇ? ਹਾਂਜੀ, ਅਰਾਊਂਡ 4 ਵਜੇ ਸਾਡੇ ਕੋਲ 4 ਵਿਅਕਤੀ ਆਏ ਸੀ ਤੇ ਉਹਨਾਂ ਵਿੱਚੋਂ ਇੱਕ ਮਨਜੀਤ ਸਿੰਘ ਸੀ ਜਿਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ। ਉਹਨਾਂ ਵਿੱਚੋਂ ਇੱਕ ਲੜਕਾ ਜਿਹੜਾ ਸੀ ਸ਼ਰੇਆਮ ਉਹਨੂੰ ਮਤਲਬ ਗਲੀ ਦੇ ਵਿੱਚ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਰਿਹਾ ਸੀ ਤੇ ਉਹ ਵਿਅਕਤੀ ਖੁਦ ਇੱਥੇ ਆ ਕੇ ਉਹਨੇ ਦਰਖਾਸਤ ਦਿੱਤੀ ਹੈ ਵੀ ਮੇਰਾ ਨਾਮ ਮਨਜੀਤ ਸਿੰਘ ਆ ਤੇ ਇਹਨਾਂ ਨੇ ਮਤਲਬ ਕੋਈ ਨਸ਼ਾ ਨੁਸ਼ਾ ਵੇਚਦੇ ਸੀ ਉਹ ਲੜਕੇ। ਔਰ ਲੜਕਾ ਜਿਹੜਾ ਆ ਉਹਦੇ ਖਿਲਾਫ ਪਹਿਲਾਂ ਵੀ 2 FIR ਜਿਹੜੀਆਂ ਇੱਥੇ ਦਰਜ ਹੈਗੀਆਂ ਆ ਤੇ ਅਸੀਂ ਮਨਜੀਤ ਸਿੰਘ ਦੇ ਬਿਆਨ ਦੇ ਉੱਪਰ FIR ਦਰਜ ਕਰ ਰਹੇ ਹਾਂ ਕਿਉਂਕਿ ਉਹਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਕੁੱਟਮਾਰ ਜਿਹੜੀ ਹੈ ਕੀਤੀ ਹੈ। ਇਸ ਨੂੰ ਗ੍ਰਿਫਤਾਰ ਵੀ ਕੀਤਾ ਜੀ? ਹਾਂਜੀ, ਇਸ ਨੂੰ ਗ੍ਰਿਫਤਾਰ ਵੀ ਕੀਤਾ ਕਿਸੇ ਵਿਅਕਤੀ ਨੂੰ? ਹਾਂਜੀ, ਇੱਕ ਵਿਅਕਤੀ ਨੂੰ ਅਸੀਂ ਗ੍ਰਿਫਤਾਰ ਕੀਤਾ ਆ ਤੇ 2 ਲੜਕੇ ਉਹਦੇ ਨਾਲ ਹੋਰ ਸੀ, 2 ਜਿਹੜੇ ਆ ਉਹ ਮੌਕੇ ਤੋਂ ਵੈਸੇ ਫਰਾਰ ਹੋ ਗਏ ਆ ਤੇ ਅਸੀਂ ਉਹਨਾਂ ਨੂੰ ਮਤਲਬ ਭਾਲ ਜਿਹੜੀ ਆ ਜਾਰੀ ਆ ਤੇ ਇੱਕ ਵਿਅਕਤੀ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਸੀਂ FIR ਜਿਹੜੀ ਦਰਜ ਕਰ ਰਹੇ ਹਾਂ। ਪਠਾਨਕੋਟ ਦੇ ਪਿੰਡ ਮਨਵਾਲ 'ਚ ਦੋਹਰੇ ਕਤਲ ਦੇ ਦੋਸ਼ੀ ਨੂੰ ਪੁਲਿਸ ਨੇ ਕਾਬੂ ਕੀਤਾ ਅਤੇ ਸ਼ਹਿਰ ਦੀਆਂ ਹੋਰ ਥਾਵਾਂ ਤੇ ਲੱਗੇ CCTV ਤੋਂ ਮੁਲਜ਼ਮਾਂ ਦੇ ਸੁਰਾਗ ਵੀ ਮਿਲੇ ਹਨ। ਦੋਸ਼ੀ ਮ੍ਰਿਤਕ ਦੇ ਉਹੀ ਕੱਪੜੇ ਪਾ ਕੇ ਫਰਾਰ ਹੋ ਗਏ ਸਨ ਅਤੇ ਮ੍ਰਿਤਕ ਦੀ ਸਕੂਟੀ ਵੀ ਲੈ ਗਏ ਸਨ। ਸਕੂਟੀ ਪੁਲਿਸ ਵੱਲੋਂ ਪਹਿਲਾਂ ਹੀ ਬਰਾਮਦ ਕਰ ਲਈ ਗਈ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਪੁਲਿਸ ਨੇ ਦੋਸ਼ੀ ਤੱਕ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਫਰਾਈਡੇ ਨੂੰ ਪਠਾਨਕੋਟ ਦੇ ਵਿੱਚ ਡਬਲ ਮਰਡਰ ਹੋ ਗਿਆ ਸੀ। बड़ा सेंसेशनल मर्डर और बड़ा ब्रूचल मर्डर सीगा। राजकुमार और चंपा देवी जी हसबैंड वाइफ कपल सीगे और उन्होंने बड़ी बेरहमी दे नाल मारता गया सी। मौके ते ब्लाइंड केस सीगा बिल्कुल, कोई उन्हां वालों घरदियां वालों ये गल नहीं पता लगी भी किहने कीता, बट इहदी तफ्तीश जिहड़ी आ वो साइंटिफिकली बड़े अच्छे तरीके दे नाल केस दी कीती गई है। तो अज मैं तुहानूं दसना चाहुंदा भी असीं जिहड़ा इहदा मुख मुलजम हैगा बलविंदर एलियस कालू, उहनूं अरैसट कर लिया अर्ली मॉर्निंग। अज रेलवे स्टेशन कंदरूली है, नाल ही हिमाचल च पै जांदा। उहदे रेलवे स्टेशन तो ये वापस आ रहा सी पठानकोट नूं दसूहे तो, तां उत्थे पुलिस टीम जिहड़ियां ऑलरेडी असीं लाईआं होईआं सी, उन्हां ने अलर्ट टीम्स ने इहनूं अरैसट कर लिया। इहदी तफ्तीश दे विच ਜਦੋਂ ਅਸੀਂ ਮੌਕੇ 'ਤੇ ਤਫਤੀਸ਼ ਕੀਤੀ ਸੀ, ਜਿਹੜੇ ਪਹਿਲੇ 24 ਘੰਟੇ ਨੇ ਜਿੱਦਾਂ ਕਹਿੰਦੇ ਜੀ ਫਸਟ 24 ਆਵਰਸ ਦਾ ਗੋਲਡਨ ਆਵਰਸ, ਵੀ ਜਿਹਦੇ ਵਿੱਚ ਮੈਕਸਿਮਮ ਚੀਜ਼ਾਂ ਕ੍ਰਾਈਮ ਸੀਨ ਤੋਂ ਬੰਦੇ ਨੂੰ ਪਤਾ ਲੱਗਦੀਆਂ। ਸਾਨੂੰ ਵੀ ਕ੍ਰਾਈਮ ਸੀਨ ਦੇ ਉੱਪਰੋਂ ਔਰ ਅਸੀਂ CCTV 'ਤੇ ਜਿਹੜਾ ਫੁਟੇਜ ਨੂੰ ਐਨਾਲਿਸਿਸ ਕਰਕੇ ਜਿਹੜੀ ਤਫਤੀਸ਼ ਆਪਣੀ ਬਣਾਈ ਸੀ, ਉਹ ਤੋਂ ਸਾਨੂੰ ਅਗਲੇ ਦਿਨ ਹੀ ਇਹ ਪਤਾ ਲੱਗ ਗਿਆ ਸੀਗਾ ਵੀ ਜਿਹੜਾ ਇਹਨਾਂ ਦਾ ਨੌਕਰ ਹੈਗਾ ਬਲਵਿੰਦਰ ਏਲੀਅਸ ਕਾਲੂ ਉਹ ਗਾਇਬ ਹੈ। ਇਹ ਮਹੀਨੇ ਕੁ ਤੋਂ ਇਹਨਾਂ ਦੇ ਘਰ ਇਹਨਾਂ ਨੇ ਕੰਮ 'ਤੇ ਰੱਖਿਆ ਸੀਗਾ। ਉਹ ਤੋਂ ਇਹਨਾਂ ਦੀ ਜਿਹੜੀ ਐਕਟਿਵਾ ਸਕੂਟਰ ਸੀਗਾ ਬਲੈਕ ਕਲਰ ਦਾ, ਉਹ ਵੀ ਗਾਇਬ ਸੀਗਾ। ਜਦੋਂ ਇਹਨਾਂ ਦੀ ਬੇਟੀ ਚੰਡੀਗੜ੍ਹੋਂ ਆਈ, ਉਹਨੇ ਘਰ ਦੀ ਚੈਕਿੰਗ ਕੀਤੀ ਤੇ ਉਹਦੇ ਵਿੱਚ ਜੁਐਲਰੀ ਜਿਹੜੀ ਸੀਗੀ, ਕਾਫੀ ਜੁਐਲਰੀ ਜਿਹੜੀ ਹੈ ਉਹ ਵੀ ਚੋਰੀ ਹੋਈ ਸੀਗੀ। ਜਿਹੜਾ ਪੁਲਿਸ ਨੇ ਬੜਾ ਟਾਈਮਲੀ ਟਰੇਸ ਕੀਤਾ ਔਰ ਬੜਾ ਸਾਇੰਟੀਫਿਕਲੀ ਕੀਤਾ। ਮੌਕੇ ਦੇ ਉੱਪਰੋਂ ਸਾਨੂੰ ਫੁੱਟਪ੍ਰਿੰਟਸ ਵੀ ਮਿਲੇ ਸੀ ਜਿਹੜੇ ਬਲੱਡ ਦੇ, ਜਿੱਥੇ ਕਿ ਫਰਸ਼ ਦੇ ਉੱਪਰ ਵੀ ਔਰ ਇੱਕ ਜਿਹੜਾ ਪੂਜਾ ਰੂਮ ਦਾ ਕੱਪੜਾ ਸੀ ਥੱਲੇ ਦਰੀ ਸੀ ਉਹਦੇ ਉੱਪਰ ਵੀ ਮਿਲੇ ਸੀ। ਉਹ ਵੀ ਅਸੀਂ ਜਿਹੜੇ ਹੈਗੇ ਆ ਅਸੀਂ ਕਰਾ ਰਹੇ ਹਾਂ, ਮੈਚਿੰਗ ਕਰਾ ਰਹੇ ਹਾਂ ਸਾਇੰਟੀਫਿਕਲੀ। ਜਿਹੜੇ ਲੇਡੀ ਵੀ ਚੰਪਾ ਦੇਵੀ ਸੀ, ਉਹਨਾਂ ਦੇ ਹੱਥ 'ਚ ਸਟਰਗਲ ਕਰਦੇ ਹੋਏ ਬਾਲ ਵੀ ਮਿਲੇ ਸੀਗੇ, ਜਿਹੜੇ ਅਸੀਂ ਆਲਰੇਡੀ ਪ੍ਰੀਜ਼ਰਵ ਕੀਤੇ ਹੋਏ ਆ। ਉਹ ਵੀ ਇਹਦੇ ਬਾਲਾਂ ਦੇ ਨਾਲ DNA ਟੈਸਟਿੰਗ ਕਰਾ ਰਹੇ ਹਾਂ ਔਰ ਬੜਾ ਫੂਲ ਪ੍ਰੂਫ ਕੇਸ ਅਸੀਂ ਇਹ ਜਿਹੜਾ ਬਣਾ ਰਹੇ ਹਾਂ, ਤਾਂ ਕਿ ਜਿਹਨੇ ਬੰਦੇ ਨੇ ਇੰਨਾ ਕ੍ਰਿਮੀਨਲ ਐਕਟ ਕੀਤਾ, ਬਰੂਚਲ ਐਕਟ ਕੀਤਾ, ਉਹਨੂੰ ਅਸੀਂ ਸਜ਼ਾ ਤੱਕ ਅੰਜਾਮ ਤੱਕ ਪਹੁੰਚਾ ਸਕੀਏ। ਭਾਵੇਂ ਨਸ਼ਾ ਸਮਗਲਰ ਆਪਣੇ ਗੈਰ ਕਾਨੂੰਨੀ ਧੰਦੇ ਵਿੱਚ ਪੁਲਿਸ ਤੋਂ ਬਚਣ ਲਈ ਕਿੰਨੇ ਵੀ ਹੱਥਕੰਡੇ ਅਪਣਾ ਲੈਣ, ਕਿਤੇ ਨਾ ਕਿਤੇ ਪੁਲਿਸ ਇਹਨਾਂ ਨੂੰ ਕਾਬੂ ਕਰ ਹੀ ਲੈਂਦੀ ਹੈ। ਅਜਿਹੇ ਦੋਸ਼ ਨਸ਼ਾ ਤਸਕਰ ਖੰਨਾ ਪੁਲਿਸ ਨੇ ਫੜੇ ਹਨ, ਜੋ ਡਰਾਈਵਰੀ ਦੀ ਆੜ ਵਿੱਚ ਨਸ਼ਾ ਤਸਕਰੀ ਕਰਦੇ ਸਨ। ਬਾਹਰੀ ਸੂਬਿਆਂ ਤੋਂ ਅਫੀਮ ਪੁੱਕੀ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਸਪਲਾਈ ਕੀਤੀ ਜਾਂਦੀ ਸੀ। ਐਤਕੀ ਸਮਰਾਲਾ ਦੇ ਪਿੰਡ ਬਾਲਿਓ ਨੇੜੇ ਇਹ 2 ਤਸਕਰ ਪੁਲਿਸ ਦੇ ਜਾਲ ਵਿੱਚ ਫਸ ਗਏ। ਫਸੇ ਵੀ ਉਸ ਸਮੇਂ ਜਦੋਂ ਅਸ਼ੋਕਾ ਲੈਲੈਂਡ ਟਰੱਕ 'ਚੋਂ 30 ਕਿਲੋ ਭੁੱਕੀ ਦਾ ਥੈਲਾ
ਬਰੀਜ਼ਾ ਕਾਰ ਵਿੱਚ ਰੱਖ ਰਹੇ ਸਨ। ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਤੇ ਨਾਲ ਹੀ ਕਾਰ ਦੀ ਤਲਾਸ਼ੀ ਲੈਣ ਤੇ 1 किलो 700 ग्राम अफीम बरामद की गई है। Against criminals, drug peddlers, anti-social elements continued है as per directions of वर्दी चीफ मिनिस्टर पंजाब और DGP पंजाब। ओदी ही लड़ी च साडी CIA टीम led by SPD प्रज्ञा जैन मैडम अंडर ਉਹਦੇ ਬਾਅਦ ਇੰਚਾਰਜ CIA ਖੰਨਾ ਇੰਸਪੈਕਟਰ ਅਮਨਦੀਪ ਸਿੰਘ ਇਹਨਾਂ ਦੀ ਟੀਮ ਨੇ ਰੀਸੈਂਟਲੀ ਇੱਕ ਹੋਰ ਕਮਰਸ਼ੀਅਲ ਕੇਸ NDPS ਦੀ ਰਿਕਵਰੀ ਕੀਤੀ ਹੈ ਸਮਰਾਲਾ ਏਰੀਆ 'ਚ, ਜਿਹਦੀ ਡਿਟੇਲੀ ਮੈਂ ਤੁਹਾਨੂੰ ਬੁਲਾਇਆ। 12 ਜੂਨ ਨੂੰ CIA ਸਟਾਫ ਨੂੰ ਦੀ ਪਾਰਟੀ ਚੈਕਿੰਗ ਕਰ ਰਹੀ ਸੀ ਦੌਰਾਨੇ ਗਸ਼ਤ ਪਿੰਡ ਬਾਲਿਓ, ਜਿੱਥੇ ਉਹਨਾਂ ਨੂੰ ਇੱਕ ਟਰੱਕ ਅਸ਼ੋਕ ਲੀਲੈਂਡ ਉਹਦੇ 'ਚ 2 ਵਿਅਕਤੀ ਉਹਨਾਂ ਨੇ ਦੇਖੇ ਜਿਹੜਾ ਇੱਕ ਥੈਲਾ ਉਤਾਰ ਕੇ ਇੱਕ ਕਾਰ ਬਰੀਜ਼ਾ 'ਚ ਪਾ ਰਹੇ ਸੀ। ਉਹਨਾਂ ਨੂੰ ਇੰਟਰਸੈਪਟ ਕੀਤਾ ਤੇ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਨੇ ਆਪਣਾ ਨਾਮ ਧਰਮਿੰਦਰ ਸਿੰਘ ਵਾਸੀ ਮਨਾਲ ਜ਼ਿਲ੍ਹਾ ਬਰਨਾਲਾ ਔਰ ਦੂਜਾ ਵਿਅਕਤੀ ਜਸਵੀਰ ਸਿੰਘ ਜੋ ਕਿ ਵਾਰਡ ਨੰਬਰ 6 ਕੰਗ ਮੁਹੱਲਾ ਤਹਿਸੀਲ ਸਮਰਾਲਾ ਨੂੰ ਬਿਲੋਂਗ ਕਰਦਾ ਹੈ। ਉਹਨਾਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਹਨਾਂ ਤੋਂ ਥੈਲੇ 'ਚੋਂ 30 ਕਿਲੋ ਪੋਪੀ ਹਸਕ ਭੁੱਕੀ ਅਤੇ ਜਿਹੜੀ ਗੱਡੀ ਬਰੀਜ਼ਾ ਸੀ ਉਹਦੀ ਜਿਹੜੀ ਚੈਕਿੰਗ ਕੀਤੀ ਗਈ ਉਹਦੇ 'ਚੋਂ 1 ਕਿਲੋ 700 ਗ੍ਰਾਮ ਅਫੀਮ ਬਰਾਮਦ ਹੋਈ ਸੀ। ਉਸ ਬਿਹਾਫ ਤੇ FIR ਨੰਬਰ 120 12 ਜੂਨ ਨੂੰ ਸਮਰਾਲਾ ਥਾਣੇ 'ਚ ਅੰਡਰ ਵੇਰੀਅਸ ਸੈਕਸ਼ਨਸ ਆਫ NDPS ਐਕਟ ਦਰਜ ਕੀਤਾ ਗਿਆ ਸੀ ਤੇ ਉਹਨਾਂ ਦੀ ਗ੍ਰਿਫਤਾਰੀ ਪਾ ਕੇ ਮਾਨਯੋਗ ਅਦਾਲਤ ਤੋਂ ਉਹਨਾਂ ਦੀ 2 ਦਿਨ ਦੀ ਰਿਮਾਂਡ ਲਈ ਗਈ ਸੀ। ਡਿਊਰਿੰਗ ਰਿਮਾਂਡ ਜਦੋਂ ਇਨਵੈਸਟੀਗੇਸ਼ਨ ਕੰਟੀਨਿਊਡ ਕੀਤੀ, ਜਿਹੜਾ ਇਹ ਦੋਸ਼ੀ ਧਰਮਿੰਦਰ ਸਿੰਘ ਵਾਸੀ ਬਰਨਾਲਾ ਹੈ, ਇਹਦੀ ਨਿਸ਼ਾਨਦੇਹੀ ਤੇ ਫਰਦਰ ਸਾਨੂੰ 3 ਕਿਲੋ ਓਪੀਐਮ ਰਿਕਵਰ ਹੋਈ ਹੈ ਮਾਛੀਵਾੜਾ ਰੋਡ ਸਮਰਾਲਾ 'ਚ। ਸੋ ਜਿਹੜੀ ਕੁੱਲ ਮਿਲਾ ਕੇ ਇਸ ਕੇਸ 'ਚ ਕੁਆਂਟੀਟੀ ਸਾਨੂੰ ਰਿਕਵਰ ਹੋਈ ਹੈ 4 ਕਿਲੋ 700 ਗ੍ਰਾਮ अफीम मतलब 4.7 kg अफीम, 30 किलो पॉपी हस्क और 2 गड्डियाँ, एक ट्रक अशोक लीलैंड और कार ब्रीजा। इट इज़ अ कमर्शियल क्वांटिटी रिकवरी और ਇਹਦੇ 'ਚ ਜਿਹੜਾ ਇੱਕ ਦੋਸ਼ੀ ਬਰਨਾਲੇ ਦਾ ਹੈ, ਇੱਕ ਇੱਥੋਂ ਦਾ, ਦੋਨੋਂ ਬਾਈ ਪ੍ਰੋਫੈਸ਼ਨ ਡਰਾਈਵਰ ਹੈਗੇ ਔਰ ਦੋਨਾਂ ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਵੀ NDPS ਐਕਟ ਦੇ ਮੁਕੱਦਮੇ ਦੋਨਾਂ ਤੇ ਦਰਜ ਹੈ 2019 'ਚ। ਇੱਕ ਤੇ ਬਰਨਾਲਾ 'ਚ ਦਰਜ ਹੈ ਧਰਮਿੰਦਰ ਤੇ ਔਰ ਜਸਵੀਰ ਤੇ ਸਮਰਾਲੇ। ਔਰ ਸਾਨੂੰ ਉਮੀਦ ਹੈ ਕਿ ਇਹਦੇ 'ਚ ਸਾਨੂੰ ਹੋਰ ਵੀ ਕੁਝ ਕੜੀਆਂ ਮਿਲਣਗੀਆਂ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਵਿਅਕਤੀ ਹੈ ਇੱਥੇ ਆ ਕੇ ਖੰਨਾ 'ਚ ਸਾਨੂੰ ਕਮਰਸ਼ੀਅਲ ਕੇਸ ਦੀ ਰਿਕਵਰੀ ਹੋਈ ਹੈ। ਦੈਟ ਮੀਨਸ ਇਹਨਾਂ ਦਾ ਹੋਰ ਵੀ ਨੈਟਵਰਕ ਹੋ ਸਕਦਾ ਹੈ, ਇੰਟਰ ਸਟੇਟ ਹੋ ਸਕਦਾ ਹੈ। ਨਾਭਾ ਵਿਖੇ ਸ਼ਾਦੀशुदा ਔਰਤ ਦਾ ਕਤਲ ਹੋ ਗਿਆ ਤੇ ਪਤੀ ਨੇ ਹੀ ਇਸ ਦਾ ਕਤਲ ਕੀਤਾ ਹੈ। ਆਪਣੀ ਪਤਨੀ ਦੀ ਕਤਲ ਦੀ ਜਾਣਕਾਰੀ ਮੁਤਾਬਕ ਨਾਭਾ ਦੇ 40 ਨੰਬਰ ਫਾਟਕ ਨੇੜੇ ਗੋਬਿੰਦ ਕਲੋਨੀ ਵਿੱਚ ਜਸਵਿੰਦਰ ਕੌਰ ਨਾਮੀ ਔਰਤ ਦੀ ਫਰਵਰੀ 2023 ਵਿੱਚ ਵਿਆਹ ਹੋਇਆ ਸੀ ਅਤੇ ਪਤੀ ਪਤਨੀ ਵਿੱਚ ਅਕਸਰ ਹੀ ਝਗੜਾ ਚੱਲਦਾ ਰਹਿੰਦਾ ਸੀ। ਪਰਿਵਾਰ ਵਿੱਚ ਸਿਰਫ ਦੋਵੇਂ ਹੀ ਰਹਿੰਦੇ ਸਨ ਅਤੇ ਅੱਜ ਉਕਤ ਔਰਤ ਦੀ ਲਾਸ਼ ਘਰ ਵਿੱਚੋਂ ਹੀ ਬਰਾਮਦ ਕੀਤੀ ਗਈ। ਇਸ ਮੌਕੇ ਤੇ ਫੋਰੈਂਸਿਕ ਟੀਮ ਵੀ ਪਹੁੰਚੀ ਅਤੇ ਕਤਲ ਕਿਸ ਤਰ੍ਹਾਂ ਕੀਤਾ ਗਿਆ ਤੇ ਫਿੰਗਰਪ੍ਰਿੰਟ ਵਗੈਰਾ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨੇ ਜਾ ਕੇ ਉੱਥੇ ਪੁਲਿਸ ਰਿਪੋਰਟ ਕਰਤੀ ਵੀ ਮੈਂ ਇਹਨੂੰ ਤੰਗ ਪਰੇਸ਼ਾਨ ਕਰਦਾ, ਪਰ ਫਿਰ ਪੁਲਿਸ ਵਾਲਿਆਂ ਨੇ ਸਮਝਾ ਬੁਝਾ ਕੇ ਭੇਜਤੀ ਸੀ। ਥੋੜੇ ਦਿਨ ਹੋਏ ਨੇ, ਮਤਲਬ 15-20 ਦਿਨ ਹੋਏ ਨੇ ਆਈ ਨੂੰ, ਤਾਂ ਅਸੀਂ ਤਾਂ ਬਹੁਤ ਘੱਟ ਬਾਹਰ ਦੇਖੀ ਆ। ਸਭ ਤੋਂ ਪਹਿਲਾਂ ਕਿਸ ਨੇ ਦੇਖਿਆ? ਇਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਜੀ, ਕਿਉਂਕਿ ਪਰਸੋਂ ਦੀ, ਮੈਂ ਤਾਂ ਪਰਸੋਂ ਚੌਥੇ ਐਤਵਾਰ ਸੰਡੇ ਦੀ ਦੇਖੀ ਹੋਈ ਹੈ ਜੀ। ਸੰਡੇ ਨੂੰ ਉਰੇ ਦੋਏ ਮੀਆਂ ਬੀਵੀ ਉਰੇ ਪਤਾ ਲੱਗਿਆ? ਮੈਨੂੰ ਤਾਂ ਹੁਣ ਪਤਾ ਲੱਗਿਆ ਜੀ, ਬਸ ਪੁਲਿਸ ਆਉਣ ਤੋਂ ਬਾਅਦ ਬਹੁਤ ਟਾਈਮ ਬਾਅਦ ਪਤਾ। ਇਹਦੇ ਹਸਬੰਡ ਦਾ ਕੀ ਨਾਮ ਆ, ਉਹ ਕੀ ਕੰਮ ਕਰਦੇ ਨੇ? ਇਹਦੇ ਹਸਬੰਡ ਦਾ ਨਾਮ ਅਮਨ ਆ ਜੀ, ਉਹ ਟੈਕਸੀ ਚਲਾਉਂਦੇ ਨੇ, ਕਿਸੇ ਦੀ ਡਰਾਈਵਰੀ ਕਰਦੇ ਨੇ। ਇਹ ਰਿਹਾਇਸ਼ ਇਹਨਾਂ ਦੀ ਆਪਣੀ ਆ? ਹਾਂਜੀ, ਇਹ ਆਪਣੀ ਇਹਨਾਂ ਦੀ। ਕਿੱਥੇ ਵਿਆਹ ਸੀ ਮਤਲਬ ਇਹ ਪਤਾ? ਇਹ ਪਟਿਆਲੇ ਸਨੌਰੀ। ਕਿੰਨੇ ਟਾਈਮ ਤੋਂ ਇੱਥੇ ਮਤਲਬ ਮੈਰਿਜ ਹੋਈ ਇਹਨਾਂ ਦੀ? ਮੈਰਿਜ ਫਰਵਰੀ 'ਚ ਹੋਈ ਹੈ ਜੀ ਤੇ ਰਹਿੰਦੇ ਨੇ ਆਪਾਂ ਨੂੰ 1.5 ਸਾਲ ਵਾਂਗੂ ਹੋ ਗਿਆ ਜੀ ਰਹਿੰਦਿਆਂ ਨੂੰ। ਕੋਈ ਪਹਿਲਾਂ ਇਸ ਤਰ੍ਹਾਂ ਦਾ ਕੋਈ ਲੜਾਈ ਝਗੜਾ? ਨਾ ਕੋਈ ਲੜਾਈ ਝਗੜਾ ਨਹੀਂ। ਵੈਸੇ ਨੇਚਰ ਦੇ ਬਹੁਤ ਵਧੀਆ ਮੁੰਡੇ ਨੇ ਜੀ, ਨੇਚਰ ਬਹੁਤ ਵਧੀਆ ਹੀ ਮੁੰਡਿਆਂ ਦੀ। ਤਿੰਨ ਭਾਈ ਨੇ। ਪਤਾ ਲੱਗਿਆ ਕਿਉਂ ਕਤਲ ਕਿਉਂ ਕੀਤਾ? ਨਹੀਂ, ਇਹ ਨਾ ਇਹਦੇ ਬਾਰੇ ਕੁਝ ਨਹੀਂ ਪਤਾ ਜੀ, ਪਰ ਇਹਦੀ ਘਰ ਵਾਲੀ ਥੋੜੀ ਜਿਹੀ ਵੀ ਇਹਨੂੰ ਤੰਗ ਪਰੇਸ਼ਾਨ ਹੀ ਕਰਦੀ ਸੀ। ਜਿਹਨਾਂ ਦੀ ਡੈਥ ਹੋਈ ਆ ਮੁੰਡੇ ਨੂੰ ਤੰਗ ਪਰੇਸ਼ਾਨ ਕਰਦੀ ਸੀ। ਵਿਆਹ ਨੂੰ ਤਕਰੀਬਨ 4-5 ਮਹੀਨੇ ਹੀ ਹੋਏ ਨੇ। ਫਰਵਰੀ 'ਚ ਵਿਆਹ ਹੋਇਆ, ਮੰਨ ਕੇ ਚੱਲੋ ਵੀ ਫਰਵਰੀ 'ਚ ਵਿਆਹ ਹੋਇਆ। ਲੜਕੀ ਦੀ ਡੈਥ ਹੋਈ ਹੈ, ਇਹਦੇ ਮਾਂ-ਬਾਪ ਕਿੱਥੇ ਰਹਿੰਦੇ ਨੇ? ਇਹ ਸਨੌਰ ਦੇ ਨੇ। ਰਿਪੋਰਟ ਹੋਇਆ ਸੀ ਜਿਸ ਵਿੱਚ ਜਸਵਿੰਦਰ ਕੌਰ ਡਾਟਰ ਆਫ ਸੁੱਚਾ ਸਿੰਘ ਜੋ ਗੋਬਿੰਦ ਨਗਰ 40 ਨੰਬਰ ਫਾਟਕ ਕੋਲੇ ਮੈਰਿਡ ਸੀ ਲੜਕੀ, ਉਸ ਤੇ ਡੈੱਡ ਬੋਡੀ ਮਿਲੀ ਹੈ, ਜਿਸ ਤਹਿਤ ਅਸੀਂ ਉਸ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕਰ ਲਿਆ। ਇਹਦੇ ਹਸਬੈਂਡ ਵਾਈਫ ਦਾ ਆਪਸ ਡਿਸਪਿਊਟ ਸੀਗਾ ਜੀ। ਇਹਦੇ ਹਸਬੈਂਡ ਦੁਆਰਾ ਹੀ ਇਸ ਨੂੰ ਮਾਰਿਆ ਗਿਆ ਤੇ ਅਸੀਂ ਉਹਨਾਂ ਦੇ ਲੜਕੀ ਦੇ ਪਰਿਵਾਰ, ਜੋ ਉਹਦਾ ਪੇਕਾ ਪਰਿਵਾਰ ਹੈ, ਉਹਨਾਂ ਦੇ ਬਿਆਨ ਤੇ ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆ। ਮਾਰਿਆ ਕਿਵੇਂ ਗਿਆ ਜੀ?
ਮਾਰੇ ਕਿਵੇਂ ਇਹ ਹਲੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ। ਅਸੀਂ ਹਲੇ ਉਹ ਤੋਂ ਪੂਰਾ ਪੁੱਛ ਪੜਤਾਲ ਕਰ ਰਹੇ ਹਾਂ। ਜਿੱਥੇ ਤੱਕ ਹਲੇ ਪਤਾ ਲੱਗਿਆ ਉਹਨੇ ਗਲ ਘੁੱਟ ਕੇ, ਇਹਨਾਂ ਦੀ ਆਪਸ 'ਚ ਕਿਸੇ ਗੱਲ ਤੋਂ ਬਹਿਸ ਹੋਈ ਸੀ, ਉਹਨਾਂ ਦੀ ਲੜਾਈ ਹੋਈ ਆਪਸ 'ਚ, ਤੇ ਉਹਨੇ ਗਲ ਘੁੱਟ ਕੇ ਲੜਕੀ ਨੂੰ ਮਾਰ ਦਿੱਤਾ। ਕਿੰਨੇ ਕੁ ਵਜੇ ਦੀ ਵਾਰਦਾਤ ਹੈ ਜੀ ਇਹ ਸਾਰੀ? ਇਹ ਪਤਾ ਲੱਗਿਆ ਕਿ ਇਹ 2 ਦਿਨ ਪਹਿਲਾਂ ਦੀ ਉਹਨੇ ਮਾਰੀ ਹੋਈ ਹੈ ਲੜਕੀ, ਤੇ ਉਸ ਤੋਂ ਬਾਅਦ ਉਹ ਕਿਤੇ ਚਲਿਆ ਗਿਆ ਸੀਗਾ। ਤੇ ਹਲੇ ਮੈਟਰ ਆਫ ਅਸੀਂ ਜਿਵੇਂ ਜਿਵੇਂ ਪੜਤਾਲ ਅੱਗੇ ਆਊਗੀ, ਸਾਹਮਣੇ ਕੁਝ ਤੱਥ ਆਉਣਗੇ, ਅਸੀਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ। ਇਤਲਾਹ ਕਿਹਨੇ? ਲੁਧਿਆਣਾ ਦੇ ਗਿੱਲ ਕਲੋਨੀ ਵਿੱਚ ਦੇਰ ਸ਼ਾਮ 2 ਨੌਜਵਾਨਾਂ ਵੱਲੋਂ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਗੁਰਪ੍ਰੀਤ ਨੇ ਦੱਸਿਆ ਕਿ 2 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਤੇ ਸੀਸੀਟੀਵੀ ਫੁਟੇਜ ਵੀ ਆ ਗਈ, ਪਰ ਇਸ ਵਿੱਚ ਕੁਝ ਵੀ ਸਪਸ਼ਟ ਨਹੀਂ ਹੈ। ਹਾਂਜੀ ਆਂਟੀ, ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਮੀਤ ਕੌਰ। ਕੀ ਹੋਇਆ ਕੀ ਸੀ ਉਹਦੇ ਜਿਹਦਾ ਪਤਾ ਹੀ ਨਹੀਂ, ਸਾਨੂੰ ਤਾਂ ਘਰੋਂ ਭੱਜੇ ਆਏ ਆ, ਸਾਨੂੰ ਤਾਂ ਕਿਸੇ ਨੇ ਦੱਸਿਆ ਜਾ ਕੇ, ਅਸੀਂ ਤਾਂ ਆਏ ਆ। ਕੀ ਹੋਇਆ ਕੀ ਸੀ? ਹੈਂ? ਹੋਇਆ ਕੀ ਸੀਗਾ ਜੀ? ਪਤਾ ਨਹੀਂ, ਚੰਗਾ ਭਲੇ ਕੰਮ ਤੋਂ ਆਇਆ, ਕੰਮ ਤੋਂ ਤਿੰਨੇ ਪਿਓ ਪੁੱਤ ਗਏ ਨੇ, ਕੰਮ ਤੋਂ ਆ ਕੇ ਦਵਾਈ ਲੈਣ ਗਿਆ, ਬਸ ਪਤਾ ਨਹੀਂ ਕੋਈ ਲੜਾਈ ਸੀ? ਹਾਂਜੀ, ਰੰਜਸ ਵਗੈਰਾ ਸੀ ਕੋਈ ਨਾ ਕੋਈ? ਲੜਾਈ ਲੁੜਾਈ ਪਰ ਇੱਧਰ ਬਾਲਮੀ ਕਹਿੰਦਾ ਮੁੰਡੇ ਨਾਲ ਲੜਾਈ, ਪਰਸੋਂ ਇਹਨੇ ਛਪੀਲ ਲਾਈ ਸੀ ਤੇ ਉਦੋਂ ਉਹ ਆਇਆ ਸੀ ਮੁੰਡਾ, ਤੇ ਉਹਨੇ ਨੇ ਭਜਾਇਆ ਤੇ ਉਹ ਅੱਗੋਂ ਬੋਲਣ ਲੱਗ ਪਿਆ, ਇਹਨੇ ਫਿਰ ਡਾਂਗ ਮਾਰੀ। ਆਹ ਗੱਲ ਸੀ ਬਸ, ਹੋਰ ਤਾਂ ਕੁਛ। ਕੰਮ ਕਰਦੇ ਨੇ? ਹੈਂ? ਕਾਹਦਾ ਕੰਮ ਕਰਦੇ ਨੇ? ਉਹ ਤਾਂ ਸਾਡੇ ਕੋਲ ਬਲੈਰੋ ਗੱਡੀ ਆ, ਤਿੰਨੇ ਪਿਓ ਪੁੱਤ ਹੀ ਜਾਂਦੇ। ਪਹਿਲਾਂ ਬਾਹਰ ਕੰਮ ਕਰਦਾ ਹੀ, ਹੁਣ ਨਾਲ ਹੀ ਜਾਂਦਾ ਸੀ। ਦੇਵ ਸਿੰਘ ਹੈ, 30 ਸਾਲ ਦਾ। ਇਹਦੇ 'ਚ ਜੋ ਹੁਣ ਹਾਲ ਤੱਕ ਪਤਾ ਲੱਗਿਆ ਵੀ 2 ਮੁੰਡੇ ਆਏ ਆ, ਜੋ ਸੀਸੀ ਫੁਟੇਜ 'ਚ ਮਿਲਿਆ, ਉਹਨਾਂ ਨੇ ਇੱਥੇ ਮਾਰ ਕੇ ਦਾਤ ਦੂਤ ਮਾਰ ਕੇ ਸਿਰ 'ਚ ਜ਼ਿਆਦਾ ਸੁੱਟਿਆ, ਜਿਹਦੇ ਨਾਲ ਇਹਨੂੰ ਮਾਰਤਾ। ਸਰ ਕਿੰਨੇ ਵਜੇ ਇਹ ਹੁਣ ਅੱਧੇ ਪੌਣੇ ਘੰਟੇ ਤੋਂ ਪਹਿਲੇ ਸੀਸੀਟੀਵੀ ਕੈਮਰੇ ਰਿਕਾਰਡਿੰਗ ਆਈ ਸਰ ਕੁਝ? ਹਾਂ, ਰਿਕਾਰਡਿੰਗ ਆਈ ਹੈ, ਪਰ ਕਲੀਅਰ ਨਹੀਂ ਹੋ ਰਿਹਾ। 2 ਹਿੰਦੂ ਜੈਂਟਲਮੈਨ ਬੰਦੇ ਆ ਰਹੇ, 2 ਜਿਹੜੇ ਮਾਰ ਕੇ ਗਏ। ਸਰ ਮਰਨ ਵਾਲਾ ਕੌਣ ਹੈ? ਇਹ ਪ੍ਰਿੰਸ, ਹਾਂ, ਇਹਦਾ ਨਾਮ ਬਲਦੇਵ ਸਿੰਘ ਹੈ। ਸਰ ਕਿਹੜੀ ਜਗ੍ਹਾ ਤੇ ਹੋਇਆ? ਇਹ ਕਿਹੜਾ? ਗਿੱਲ ਕਲੋਨੀ ਹੈ, ਗਲੀ ਨੰਬਰ 2। ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਤਰਖਾਣਵਾਲਾ ਵਿਖੇ ਡੇਰੇ ਦੇ ਸਾਧੂ ਦਾ ਖੁੰਡਾ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਿੰਡ ਤਰਖਾਣਵਾਲਾ ਵਿਖੇ ਬਾਬਾ ਚਾਂਦੀ ਨਾਥ ਦੇ ਡੇਰੇ ਵਿੱਚ ਤੋਤਾ ਨਾਥ 40 ਸਾਲ ਦਾ ਪਿੰਡ ਦੇ ਹੀ ਡੇਰੇ ਵਿੱਚ ਰਹਿਣ ਵਾਲੇ ਗੌਰਵ ਉਰਫ ਗੋਗਾ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਤੇ ਤੋਤਾ ਨਾਥ ਦਾ ਖੁੰਡਾ ਮਾਰ ਕੇ ਕਤਲ ਕਰ ਦਿੱਤਾ ਗਿਆ। ਉਧਰ ਮੌਕੇ ਤੇ ਡੀਐਸਪੀ ਮਲੋਟ ਬਲਕਾਰ ਸਿੰਘ ਨੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਬੀਤੀ ਰਾਤ ਪਿੰਡ ਤਰਖਾਣਵਾਲਾ ਦੇ ਵਿੱਚ ਇੱਕ ਚਾਂਦੀਨਾਥ ਜੀ ਦਾ ਡੇਰਾ ਬਣਿਆ। ਉੱਥੇ ਇੱਕ ਤੋਤਾ ਰਾਮ ਨਾਂ ਦਾ ਸਾਧ ਰਹਿੰਦਾ ਸੀਗਾ। ਉਹਦਾ ਰਾਤ ਉਹਦੇ ਨਾਲ ਦੇ ਸਾਥੀ ਨੇ, ਗੋਰਾ ਉਰਫ ਗੌਰਵ, ਜਿਹੜਾ ਇਸੇ ਪਿੰਡ ਦਾ ਹੀ ਰਹਿਣ ਵਾਲਾ ਸੀ, ਉਹਨੇ ਰਾਤ ਖਾਣਾ ਖਾਣ ਲੱਗਿਆਂ ਦੋਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੜਾਈ ਹੋਈ, ਤਕਰਾਰਬਾਜ਼ੀ ਹੋਈ, ਤਾਂ ਉਹਨੇ ਉਹਦਾ ਖੁੰਡਾ ਮਾਰ ਕੇ ਕਤਲ ਕਰ ਦਿੱਤਾ। ਜਿਹੜੀ ਮੁਕੱਦਮਾ ਅਸੀਂ ਦਰਜ ਕਰ ਰਹੇ ਹਾਂ, ਉਹਦੇ ਵਾਰਸ ਬੁਲਾਏ ਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ 52,000 ਨਸ਼ੀਲੀਆਂ ਗੋਲੀਆਂ ਸਮੇਤ 4 ਤਸਕਰਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਮੁਤਾਬਿਕ ਇਹ ਲੋਕੀ ਦਿੱਲੀ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਪੰਜਾਬ ਦੇ ਵੱਖ-ਵੱਖ ਸੂਬਿਆਂ ਵਿੱਚ ਸਪਲਾਈ ਕਰਦੇ ਸਨ ਤੇ ਇਸ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ। ਮੁੱਢਲੀ ਤਫਤੀਸ਼ ਦੇ ਵਿੱਚ ਸਾਨੂੰ 20,000 ਇੰਟੌਕਸੀਕੈਂਟ ਟੈਬਲੇਟਸ ਤੇ ਗੱਡੀ ਅਸੀਂ ਰਿਕਵਰ ਕੀਤੀ ਸੀਗੀ। ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਬੈਕਵਰਡ ਲਿੰਕੇजेस ਦੇ ਵਿੱਚੋਂ 32,000 ਇੰਟੌਕਸੀਕੈਂਟ ਟੈਬਲੇਟਸ ਹੋਰ ਰਿਕਵਰ ਕੀਤੀ, ਜੋ ਕਿ ਇਹਨਾਂ ਨੇ ਇੱਕ ਰੈਂਟ ਤੇ ਘਰ ਲਿਆ ਹੋਇਆ ਸੀਗਾ ਪਟਿਆਲੇ ਦੇ ਵਿੱਚ, ਉੱਥੋਂ ਸਾਨੂੰ ਬਰਾਮਦ ਹੋਈਆਂ। ਇਸ ਤੋਂ ਇਲਾਵਾ ਇੱਕ ਹੋਰ FIR ਅਸੀਂ ਲੌਂਚ ਕੀਤੀ ਹੈ, ਉਹਦੇ ਵਿੱਚ ਮਨਵੀਰ ਸਿੰਘ ਕਰਕੇ ਇੱਕ ਬੰਦੇ ਨੂੰ ਐਕਿਊਜ਼ ਨੂੰ ਅਸੀਂ ਫੜਿਆ ਹੈ ਤੇ ਉਹਦੇ ਕੋਲੋਂ ਵੀ ਸਾਨੂੰ ਇੱਕ ਸਵਿਫਟ ਗੱਡੀ ਮਿਲੀ ਹੈ। ਉਹਦੇ ਵਿੱਚੋਂ 300 ਗ੍ਰਾਮ ਇੰਟੌਕਸੀਕੈਂਟ ਪਾਊਡਰ ਸਾਨੂੰ ਰਿਕਵਰ ਹੋਇਆ। ਜਿਹੜਾ ਮਨਵੀਰ ਸਿੰਘ ਹੈਗਾ, ਇਹਦੇ ਤੇ ਪਹਿਲਾਂ NDPS ਦੇ 2 FIRs ਪਹਿਲਾਂ ਲੌਂਚਡ ਹੈਗੀ। ਜੋ ਫਰਸਟ ਇਨੀਸ਼ੀਅਲ ਅਸੀਂ FIR ਜੋ ਮੈਂ ਦੱਸਿਆ ਤੁਹਾਨੂੰ, ਸਤਵੀਰ ਸਿੰਘ ਤੇ ਵੀ ਪਹਿਲਾਂ NDPS ਦੀ FIR ਦਰਜ ਹੈ। ਇਸ ਤੋਂ ਇਲਾਵਾ ਤੀਜੀ FIR ਜਿਹੜੀ ਅਸੀਂ ਦਰਜ ਕੀਤੀ ਹੈ, ਉਹ ਹੈਗਾ ਗੁਰਪ੍ਰੀਤ ਸਿੰਘ ਬੰਦਾ। ਗੁਰਪ੍ਰੀਤ ਸਿੰਘ ਵੀ ਪਟਿਆਲੇ ਦਾ ਰਹਿਣ ਵਾਲਾ ਹੈ ਤੇ ਉਹ ਤੋਂ ਅਸੀਂ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਹੈ ਤੇ ਨਾਲ ਦੀ ਨਾਲ 21,700 ਇੰਟੌਕਸੀਕੈਂਟ ਟੈਬਲੇਟਸ। ਤੇ ਜਿਹੜਾ ਗੁਰਪ੍ਰੀਤ ਸਿੰਘ ਹੈ, ਇਹਦੇ ਤੇ ਪਹਿਲਾਂ ਐਕਸਾਈਜ਼ ਤੇ NDPS ਐਕਟ ਦੇ ਤਹਿਤ ਮੁਕੱਦਮੇ ਦਰਜ ਨੇ ਤੇ ਟੋਟਲ ਬਰਨਾਲਾ ਪੁਲਿਸ ਨੇ 4 ਐਕਿਊਜ਼ ਫੜੇ ਤੇ ਟੋਟਲ ਰਿਕਵਰੀ ਨੀਅਰ ਅਬਾਊਟ 73,700 ਇੰਟੌਕਸੀਕੈਂਟ ਟੈਬਲੇਟਸ
ਤੇ 300 ਗ੍ਰਾਮ ਆਫ ਇੰਟੌਕਸੀਕੈਂਟ ਪਾਊਡਰ ਵੀ ਹੈਵ ਰਿਕਵਰਡ ਅਲੋਂਗ ਵਿਦ 2 4-wheeler ਸਵਿਫਟ ਗੱਡੀਆਂ ਹੈਗੀ ਤੇ ਇੱਕ ਮੋਟਰਸਾਈਕਲ। ਦੋਰਾਹਾ ਵਿਖੇ ਬੀਤੀ ਅੱਧੀ ਰਾਤ ਨੂੰ ਇੱਕ ਕਾਰ ਦੇ ਨਹਿਰ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਰਾਹਗੀਰਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ਚੋਂ ਬਾਹਰ ਕੱਢ ਲਿਆ, ਪਰ ਕਾਰ ਸਵਾਰਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਕਾਰ 'ਚ ਸ਼ਰਾਬ ਦੀ ਬੋਤਲ ਵੀ ਮਿਲੀ ਹੈ, ਜਿਸ ਕਾਰਨ ਸ਼ੱਕ ਹੈ ਕਿ ਇਹ ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਇਹ ਹਾਦਸਾ ਵਾਪਰਿਆ ਹੈ। ਛੋਟੇ ਵੀਰ ਕੀ ਨਾਮ ਤੁਹਾਡਾ? ਗੋਗੀ ਜੀ। ਗੋਗੀ ਜੀ ਕੀ ਮਾਮਲਾ ਦਰਾਹਾ ਪੁਲ ਤੇ ਜਿਹੜਾ ਹੋਇਆ ਜੀ ਇਹ? ਹੁਣ ਮੈਂ ਦੁਕਾਨਦਾਰੀ ਆਪਣੀ ਬੰਦ ਕਰਕੇ ਆਇਆ ਸੀ, ਹੱਥ ਆਪਣਾ ਉਸ ਵਾਸਤੇ ਇੱਥੇ ਹੁਣ ਕਿੰਨੇ ਕੁ ਵਜੇ ਦੀ ਘਟਨਾ ਜੀ ਇਹ? ਇਹੀ ਆਪਣੇ ਪੌਣੇ ਕੁ 12 ਵਜੇ ਦੀ ਘਟਨਾ ਸੀ। ਆਪਣੇ ਹੱਥ ਆਪਾਂ ਬੰਦ ਕਰਕੇ ਇੱਧਰ ਨੂੰ ਜਾ ਰਹੇ ਸੀ, ਇੱਥੇ ਕੁਲਫੀਆਂ ਦੀ ਰੇਹੜੀਆਂ ਲੱਗਦੀਆਂ ਨੇ, ਉੱਥੇ ਕੁਲਫੀਆਂ ਰੇਹੜੀਆਂ ਦੇ ਕੋਲ ਆਪਾਂ ਆ ਰਹੇ ਸੀ, ਬੱਚਿਆਂ ਵਾਸਤੇ ਕੁਲਫੀਆਂ ਲੈ ਗਈਆਂ। ਕੁਲਫੀਆਂ ਦੀ ਰੇਹੜੀਆਂ ਹੈ ਨਹੀਂ ਸੀ, ਇੱਥੇ ਦੇਖੇ 3-4 ਮੁੰਡੇ ਖੜੇ ਸੀ ਤੇ ਆਪਣੇ ਪੁਲਿਸ ਵਾਲੇ ਵੀ ਖੜੇ ਸੀ। ਅਸੀਂ ਇੱਥੇ ਦੇਖਿਆ ਵੀ ਪੁੱਛਿਆ ਉਹਨਾਂ ਨੂੰ ਕੀ ਚੱਕਰ ਆ, ਉਹ ਕਹਿੰਦੇ ਵੀ ਇੱਥੇ ਗੱਡੀ ਡੁੱਬ ਗਈ। ਜਾਨੂੰ ਡੁੱਬੀ ਗੱਡੀ, ਜਾਨੂੰ ਹੋਰ ਵੀ ਇਕੱਠ ਕਾਫੀ ਹੋ ਗਏ ਆ, ਕਾਫੀ ਲੇਡੀਜ਼ ਆ ਗਏ, ਕਾਫੀ ਪੁਲਿਸ ਵਾਲੇ ਆ ਗਏ, ਕਈ ਬੰਦੇ ਰੱਸੇ ਲੈ ਕੇ ਆ ਗਏ ਵੀ ਰੱਸੀਆਂ ਪਾ ਗੱਡੀ ਸੀ ਬਾਹਰ ਕੱਢੀ ਵੀ, ਕਹਿੰਦੇ ਇੱਕ ਬੰਦਾ ਵਿੱਚ ਆ ਉਹਦੇ। ਜਦ ਦੇਖਿਆ ਬੰਦਾ ਵਿੱਚ ਕੋਈ ਨਹੀਂ ਸੀ ਉਹਦੇ, ਵੀ ਇੱਕ ਜਿਵੇਂ ਸੁਣਨ ਨੂੰ ਮਿਲੀ ਹੈ ਸਾਨੂੰ ਵੀ ਇੱਕ ਬੰਦਾ ਚਿੱਕਾ ਮਾਰਦਾ, ਸਾਨੂੰ ਆਵਾਜ਼ ਆਈ ਸੀ। ਮੁੰਡੇ ਦੱਸ ਰਹੇ ਜਿਹੜੇ ਇੱਥੇ ਖੜੇ ਸੀ ਵੀ ਉਹ ਵਾਪਸੀ ਉਹਦੀ ਆਵਾਜ਼ ਨਹੀਂ ਆਈ, ਆ ਪੁਲ ਬਾਹਰ ਕੱਢ ਕੇ ਜੀ। ਕਰਮਵੀਰ ਸਿੰਘ। ਕਰਮਵੀਰ ਜੀ ਤੁਸੀਂ ਇੱਥੇ ਪੁਲ ਤੇ ਖੜੇ ਹੋ ਨਹਿਰ ਦਰਾਹਾ ਤੇ, ਕੀ ਪੂਰਾ ਮਾਮਲਾ ਜੀ? ਅਸੀਂ ਇੱਥੋਂ ਆਪਦੇ ਪਿੰਡੋਂ ਆ ਰਹੇ ਸੀਗੇ ਸ਼ੰਕਰ ਪਿੰਡ ਤੋਂ, ਤੇ ਇੱਥੇ ਪੁਲ ਤੇ ਗੱਡੀ ਦੀਆਂ ਲਾਈਟਾਂ ਦੇਖੀਆਂ ਤੇ 2-4 ਬੰਦਿਆਂ ਨੂੰ ਅਸੀਂ ਇਕੱਠੇ ਕਰਿਆ। ਜਦੋਂ ਗੱਡੀ ਦੀਆਂ ਲਾਈਟਾਂ ਦੇਖੀਆਂ ਤਾਂ ਗੱਡੀ ਦੇ ਵਿੱਚ ਇੱਕ ਬੰਦਾ ਸੀਗਾ, ਉਹ ਨਿਕਲ ਗਿਆ ਸ਼ੀਸ਼ਾ ਖੋਲ ਕੇ, ਤੇ ਉਦੋਂ ਬਾਅਦ ਚੋਂ ਲੱਗਿਆ ਵੀ ਇੱਕ ਬੰਦਾ ਸ਼ਾਇਦ ਵਿੱਚ ਹੋਰ ਨਾ ਹੋਵੇ। ਤੇ ਫਿਰ ਪ੍ਰਸ਼ਾਸਨ ਵਗੈਰਾ ਨੂੰ ਫੋਨ ਕਰੇ ਤੇ ਕਾਫੀ ਲੋਕਾਂ ਨੂੰ ਬੁਲਾਇਆ ਤੇ ਲੋਕ ਇਕੱਠੇ ਹੋ ਕੇ ਫਿਰ ਰੱਸੇ ਵਗੈਰਾ ਪਾ ਕੇ ਯਾਨੀ ਕਿ ਗੱਡੀ ਬਾਹਰ ਲਿਆਂਦੀ। ਗੱਡੀ ਦੇ ਵਿੱਚੋਂ ਤਾਂ ਕੁਛ ਨਹੀਂ ਮਿਲਿਆ, ਬੰਦੇ ਦੇ ਆਈਡੀ ਪ੍ਰੂਫ ਵਗੈਰਾ ਮਿਲਿਆ ਤੇ ਉਹ ਫਿਰ ਪ੍ਰਸ਼ਾਸਨ ਨੇ ਆਪੇ ਫੋਨ ਵਗੈਰਾ ਕਰਤੇ ਤੇ ਅਸੀਂ ਯਾਨੀ ਕਿ ਗੱਡੀ ਬਾਹਰ ਕੱਢ ਲਈ। ਪੰਜਾਬ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਭਾਗਸਰ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਪਿੰਡ ਦੇ ਵਿਚਕਾਰ ਬਣੇ ਗੰਦੇ ਪਾਣੀ ਦੇ ਛੱਪੜ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਛੱਪੜਾਂ ਦਾ ਗੰਦਾ ਪਾਣੀ ਪਿੰਡ ਦੀਆਂ ਗਲੀਆਂ ਵਿੱਚ ਫੈਲ ਰਿਹਾ ਹੈ। ਬਰਸਾਤ ਦੇ ਮੌਸਮ ਵਿੱਚ ਸਥਿਤੀ ਹੋਰ ਵੀ ਬੱਤਰ ਹੁੰਦੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਜਿੱਥੇ ਉਹ ਗੰਦੇ ਪਾਣੀ ਤੋਂ ਨਿਕਲਦੀ ਬਦਬੂ ਕਾਰਨ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਉੱਥੇ ਗਲੀਆਂ ਵਿੱਚ ਖੜੇ ਪਾਣੀ ਕਾਰਨ ਚਮੜੀ ਦੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਗਲੀਆਂ ਵਿੱਚ ਭਰਿਆ ਗੰਦਾ ਪਾਣੀ ਹੋਣ ਕਾਰਨ ਲੋਕਾਂ ਦਾ ਆਉਣਾ ਜਾਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਪੇਸ਼ ਹੈ ਸਾਡੇ ਪੱਤਰਕਾਰ ਗੁਰਨਾਮ ਸੰਧੂ ਦੀ ਇਹ ਰਿਪੋਰਟ। ਕੱਟਣੀ ਪੈਂਦੀ ਸਾਨੂੰ। ਹਾਂਜੀ ਵਕੀਲ ਸਾਹਿਬ। ਸਰ ਇਹ ਹਾਲਾਤ ਤੁਸੀਂ ਦੇਖ ਰਹੇ ਹੋ, ਪਿਛਲੇ 1-1.5 ਸਾਲ ਤੋਂ ਤਾਂ ਮੈਂ ਲੱਗਿਆ ਹਾਂ। ਪੰਜਾਬ ਸਰਕਾਰ ਜਿਹੜੀ ਨਈ ਆਪਣੀ ਮਾਨ ਸਾਹਿਬ ਦੀ ਸਰਕਾਰ ਹੈ, ਗੁਹਾਰ ਲਾ ਰਿਹਾ ਮੈਂ ਇਹ ਆਪਣਾ ਰੰਗਲਾ ਪੰਜਾਬ ਹੈ, ਪਰ ਸਾਡੇ ਨਾਲ ਤਾਂ ਮੇਰੇ ਖਿਆਲ 'ਚ ਸਾਡੇ ਇਸ ਤੋਂ ਰੰਗਲਾ ਤਾਂ ਹੋ ਨਹੀਂ ਸਕਦਾ। ਬਿਮਾਰੀਆਂ ਦਾ ਘਰ ਹੈ, ਸਾਰੇ ਪਿੰਡ ਦਾ ਗੰਦਾ ਪਾਣੀ ਇੱਥੇ ਆ ਕੇ ਇਕੱਠਾ ਹੋ ਜਾਂਦਾ ਹੈ। ਜਦੋਂ ਥੋੜੀ ਜਿਹੀ ਬਾਰਿਸ਼ ਆਈ ਇਹ ਪਾਣੀ ਘਰਾਂ ਦੇ ਵਿੱਚ ਵੜ ਜਾਂਦਾ ਹੈ। ਬੱਚਿਆਂ ਦੇ ਬਿਮਾਰੀ ਫੈਲਣ ਦੇ ਡਰ, ਸਕਿਨ ਡਿਜ਼ੀਜ਼ ਹੋ ਰਹੇ ਹੈ। ਕਈ ਵਾਰੀ ਮੈਂ ਸੀਐਮ ਸਾਹਿਬ ਨੂੰ ਲਿਖਿਆ ਹੈ, ਪਤਾ ਨਹੀਂ ਉਹ ਧਿਆਨ ਨਹੀਂ ਦਿੰਦੇ, ਜਾਂ ਥੱਲੇ ਵਾਲੇ ਜਿਹੜੇ ਆਫੀਸਰ ਹੈ ਉਹ ਉਹਨਾਂ ਦਾ ਹੁਕਮ ਨਹੀਂ ਮੰਨਦੇ। ਮੇਰੀ ਤਾਂ ਮਾਨ ਸਾਹਿਬ ਤੋਂ ਹੀ ਗੁਹਾਰ ਹੈ, ਸਰ ਤੁਸੀਂ ਇੱਕ ਵਾਰੀ ਕਿਸੇ ਇੱਕ ਆਫੀਸਰ ਦੀ ਡਿਊਟੀ ਲਾ ਕੇ ਹਾਲਾਤ ਦਿਖਾ ਦਿਓ ਲੋਕਾਂ ਨੂੰ ਵੀ ਇੱਥੇ ਮੈਡੀਕਲ ਇਹ ਜੀ ਕੋਈ ਕੰਡੀਸ਼ਨ ਨਾ ਹੋ ਜੇ ਵੀ ਕੱਲ੍ਹ ਨੂੰ ਕੋਈ ਭਿਆਨਕ ਬਿਮਾਰੀ ਫੈਲ ਜੇ। ਤੇ ਮੇਰੀ ਰਿਕੁਐਸਟ ਹੈ ਸਰ, ਇੱਕ ਵਾਰੀ ਕਿਸੇ ਅਫਸਰ ਨੂੰ, ਕ੍ਰਿਸ਼ਨ ਕੁਮਾਰ ਮੈਂ ਸੁਣਿਆ ਵੀ ਆਈਐਸ ਜਿਹੜੇ ਆਪਣੇ ਚੀਫ ਸੈਕਟਰੀ ਹੈਗੇ ਇਰੀਗੇਸ਼ਨ ਨਾਲ, ਉਹਨਾਂ ਨੂੰ ਮੇਰੀ ਇੱਕ ਮੇਲ ਉਹਨਾਂ ਨੇ ਫਾਰਵਰਡ ਕੀਤੀ ਹੈ। ਇੱਕ ਵਾਰੀ ਉਹ ਇਮਾਨਦਾਰ ਬੰਦੇ ਆ ਕੇ ਦੇਖ ਲੈਣ ਵੀ ਕੀ ਹਾਲਾਤ ਹੈ, ਉਹ ਦੱਸ ਦੇਣਗੇ ਸੀਐਮ ਸਾਹਿਬ ਨੂੰ। मेरी तो ये हालात है, बाकी कोई इतने जीने से जीना है नहीं जी। बहुत पानी आ रखा है घर के आगे, मैं खेलने नहीं जा सकती और किसी न किसी काम के कारण हमें बाहर तो जाना ही पड़ता है, उसमें भी बहुत प्रॉब्लम आती है। अगर कोई गिर भी जाते हैं और अगर बाई चांस थोड़ा सा पानी स्किन पे लग जाए तो स्किन प्रॉब्लम्स भी हो जाती है। मुझे भी हो गई थी स्किन प्रॉब्लम्स पैर पे हाथों पे, फिर मैंने दवाइयाँ ली, उस कारण मेरा ठीक हुआ, वरना बहुत ही बुरी स्किन प्रॉब्लम हो जाती है। और मैं रिक्वेस्ट करूँगी हमारी डीसी मैडम सैनी दुग्गल को एंड सीएम ऑफ पंजाब भगवंत मान जी को कि वो बारिश आने से पहले इसका कोई ना कोई समाधान जरूर करें। बेटे किन्ने पंजाब पुलिस का समाज सेवी रूप अस तुहाडे सन्मुख दिखा रहे हैं। मालवा बैल्ट जिस विच कैंसर की बीमारी ने पैर पसारे हुए हैं विखे कैंसर जागरूकता नूं मुख रखदे श्री मुक्तसर साहिब जिला पुलिस वालों वर्ल्ड कैंसर केयर की सहायता नाल SSP दफ्तर विखे फ्री मैडिकल और कैंसर केयर कैंप लगाया गया। इस कैंप दौरान पुलिस मुलाजम और पुलिस मुलाजमान के परिवारों तो इलावा आम लोग भी पहुंचे हुए सन। SSP हरमनबीर सिंगल ने कहा कि आम लोग और पुलिस विच नेड़ता ਵਧਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵਾ ਦੇ ਉਪਰਾਲੇ ਕੀਤੇ ਜਾਂਦੇ ਰਹਿਣਗੇ। ਇਹ ਕੈਂਸਰ ਕੇਅਰ ਵਾਸਤੇ ਦਾ ਜਿੰਨਾ ਵੀ ਮਤਲਬ ਫ੍ਰੀ ਮੈਡੀਕਲ ਕੈਂਪ ਹੈਗਾ ਔਰ ਇਹਦੇ ਵਿੱਚ ਸਾਰੇ ਨਾਮੀ ਡਾਕਟਰ
ਵਰਲਡ ਕੇਅਰ ਸੈਂਟਰ ਦੇ ਅੰਦਰ ਜਿਹੜੀ ਇਹ ਹੈਲਥ ਆਰਗੇਨਾਈਜੇਸ਼ਨ ਹੈ ਇਹਦੇ ਅੰਦਰ ਇਹ ਸਾਰਾ ਜਿਹੜਾ ਇਹ ਕੈਂਪ ਚੱਲ ਰਿਹਾ ਔਰ ਲੁਧਿਆਣੇ ਤੋਂ ਵਰਲਡ ਕੇਅਰ ਸੈਂਟਰ ਦੇ ਨਾਮੀ ਡਾਕਟਰ ਜਿਹੜੇ ਆ ਉਹ ਅੱਜ ਇੱਥੇ ਸ਼੍ਰੀ ਮੁਕਤਸਰ ਸਾਹਿਬ ਪਧਾਰੇ ਹੋਏ ਔਰ ਇਹ ਅਸੀਂ ਅੱਜ ਤੋਂ 15-20 ਦਿਨ ਪਹਿਲਾਂ ਹੀ ਸਾਰੀ ਸੋਸ਼ਲ ਮੀਡੀਆ 'ਚ ਤੁਹਾਡੇ ਰਾਹੀਂ ਸਾਰੇ ਪੱਤਰਕਾਰ ਭਰਾਵਾਂ ਰਾਹੀਂ ਔਰ ਸਾਰੇ ਮੀਡੀਆ ਰਾਹੀਂ ਅਸੀਂ ਇਹਦੀ ਪੂਰੀ ਐਡਵਰਟਾਈਜ਼ਮੈਂਟ ਕੀਤੀ ਕਿ ਮੈਕਸਿਮਮ ਲੋਕ ਜਿਹੜੇ ਹੈਗੇ ਸਿਵਲੀਅਨਸ ਵੀ ਸਾਡੇ ਮੁਲਾਜ਼ਮ ਵੀ ਉਹਨਾਂ ਦੀਆਂ ਫੈਮਿਲੀਜ਼ ਵੀ ਆ ਕੇ ਜਿਹੜਾ ਕੇਅਰ ਹੈਲਥ ਦੇ ਮਤਲਬ ਸੰਬੰਧੀ ਸਾਰੇ ਚੈੱਕਅਪ ਸਪੈਸ਼ਲੀ ਕੈਂਸਰ ਦੇ ਸੰਬੰਧੀ ਕੈਂਸਰ ਦੀ ਟ੍ਰੀਟਮੈਂਟ ਸੰਬੰਧੀ ਔਰ ਪ੍ਰਾਇਰ ਟੈਸਟ ਜਿੰਨੇ ਵੀ ਹੈਗੇ ਉਹ ਸਾਰੇ ਇੱਥੇ ਫ੍ਰੀ ਆਫ ਕਾਸਟ ਜਿਹੜੇ ਹੈਗੇ ਉਹ ਡਾਕਟਰ ਸਾਹਿਬਾਨ ਉਹ ਕਰ ਰਹੇ ਆ ਔਰ ਇਹਦੇ ਨਾਲ ਕੈਂਸਰ ਕੇਅਰ ਦੇ ਬਾਰੇ ਔਰ ਕੈਂਸਰ ਦੇ ਜਿਹੜੇ ਪ੍ਰਾਇਰ ਕੋਈ ਵੀ ਜਿਹੜੇ ਜਿਹਨੂੰ ਆਪਾਂ ਲੱਛਣ ਕਹਿੰਦੇ ਆ ਉਹਨਾਂ ਬਾਰੇ ਉਹਨਾਂ ਦਾ ਧਿਆਨ ਰੱਖਣ ਬਾਰੇ ਔਰ ਉਹ ਕੀ ਕੈਂਸਰ ਦਾ ਕਿਹਦੇ ਕਾਰਨ ਕਰਕੇ ਕੈਂਸਰ ਹੋ ਸਕਦਾ ਉਸ ਤੋਂ ਬਚਾਅ ਬਾਰੇ ਜਿਹੜਾ ਲਿਟਰੇਚਰ ਆ ਉਹ ਵੀ ਫ੍ਰੀ ਆਫ ਕਾਸਟ ਜਿਹੜਾ ਉਹ ਤਕਸੀਮ ਕੀਤਾ ਜਾ ਸਰ ਕਾਫੀ ਗਿਣਤੀ ਜਿਹੜੇ ਸਿਵਿਲੀਅਨ ਵੀ ਪਹੁੰਚੇ ਹੈਗੇ ਆ ਅੱਗੇ ਤੋਂ ਵੀ ਕੁਝ ਇਸ ਤਰ੍ਹਾਂ ਦਾ ਪੁਲਿਸ ਜਿਹੜੀ ਉਹ ਕਰਦੀ ਰਹੇਗੀ ਕਿਉਂਕਿ ਸਮਾਜ ਸੇਵਾ ਦਾ ਕੰਮ ਹੈਗਾ ਬਹੁਤ ਚੰਗੀ ਗੱਲ ਆ ਜੀ ਸਾਨੂੰ ਲੱਗਦਾ ਨਹੀਂ ਸੀਗਾ ਵੀ ਇੰਨਾ ਸਾਨੂੰ ਇਹ ਹਲਾਰਾ ਮਿਲੂਗਾ ਅਸੀਂ ਸੋਚਦੇ ਸੀ ਕਿਤੇ ਪੁਲਿਸ ਡਿਪਾਰਟਮੈਂਟ ਤੱਕ ਹੀ ਇਹ ਸਾਡੇ ਮਹਿਕਮੇ ਤੱਕ ਹੀ ਸੀਮਤ ਨਾ ਰਹਿ ਜੇ ਬਟ ਮੈਨੂੰ ਇਹ ਵੇਖ ਕੇ ਬੜੀ ਖੁਸ਼ੀ ਹੈ ਇਹਦੇ 'ਚ ਸਾਡੇ ਐਸਪੀ ਹੈੱਡਕੁਆਰਟਰ ਜਿਹੜੇ ਕੁਲਵੰਤ ਰਾਏ ਇਹਨਾਂ ਨੇ ਡੀਐਸਪੀ ਸਰਦਾਰ ਨੇ ਇਹਨਾਂ ਨੇ ਕਾਫੀ ਮਿਹਨਤ ਕੀਤੀ ਬਹੁਤ ਵੱਡਾ ਉਪਰਾਲਾ ਕੀਤਾ ਔਰ ਜਿਹਦਾ ਕਰਕੇ ਮੈਕਸਿਮਮ ਸਿਵਲੀਅਨਸ ਵੀ ਜਨਰਲ ਪਬਲਿਕ ਵੀ ਇਸ ਜਿਹੜਾ ਮੈਡੀਕਲ ਕੈਂਪ ਉਹਦੇ 'ਚ ਪਹੁੰਚੀ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਸੱਦੀ ਹੰਗਾਮੀ ਮੀਟਿੰਗ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਵਿੱਚ ਹੋ ਰਹੀ ਇਸ ਮੀਟਿੰਗ ਵਿੱਚ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਇਸ ਮੀਟਿੰਗ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਲਗਾਇਆ ਗਿਆ। ਗਿਆਨੀ ਹਰਪ੍ਰੀਤ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੇ ਬਣੇ ਰਹਿਣਗੇ। ਇਸ ਸੰਬੰਧੀ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਵਿੱਚ ਲਿਆ ਜਾ ਰਿਹਾ ਹੈ। ਐਸਜੀਪੀਸੀ ਕੁਝ ਸਮੇਂ ਵਿੱਚ ਇਸ ਸੰਬੰਧੀ ਕਾਨਫਰੰਸ ਕਰੇਗੀ ਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਇਹ ਅਹੁਦਾ ਛੱਡਿਆ। ਇਸ ਫੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਚਾਰਜ ਛੱਡ ਦਿੱਤਾ ਹੈ। ਲੁਧਿਆਣਾ ਦੇ ਸਿਵਲ ਲਾਈਨ ਮਾਧਵਾਗ ਨੇ ਆਪਣਾ ਆਯੁਰਵੈਦਿਕ ਥੈਰੇਪੀ ਸੈਂਟਰ ਖੋਲ੍ਹਿਆ ਤੇ ਇਸ ਦੇ ਸ਼ਾਨਦਾਰ ਉਦਘਾਟਨ ਮੌਕੇ ਪਹੁੰਚੇ ਵਿਧਾਇਕ ਮਨਪ੍ਰੀਤ ਆਲੀ ਨੇ ਆਯੁਰਵੈਦਿਕ ਦਵਾਈ ਨੂੰ ਸਭ ਤੋਂ ਪੂਰਵੀ ਦਵਾਈ ਦੱਸਦਿਆਂ ਆਪਣੇ ਤਜਰਬੇ ਪੱਤਰਕਾਰਾਂ ਨਾਲ ਸਾਂਝੇ ਕੀਤੇ ਅਤੇ ਭਾਜਪਾ ਆਗੂ ਰਾਸ਼ੀ ਅਗਰਵਾਲ ਨੇ ਵੀ ਇਸ ਮੌਕੇ ਪਹੁੰਚ ਕੇ ਆਯੁਰਵੈਦਿਕ ਮੈਡੀਕਲ ਸੈਂਟਰ ਦੇ ਖੁੱਲ੍ਹਣ ਤੇ ਪਰਿਵਾਰ ਨੂੰ ਵਧਾਈ ਵੀ ਦਿੱਤੀ। ਪੇਸ਼ ਹੈ ਲੁਧਿਆਣਾ ਤੋਂ ਸਾਡੇ ਪੱਤਰਕਾਰ ਅਜੇ ਪਾਵਾ ਦੀ ਇਹ ਰਿਪੋਰਟ। ਆਯੁਰਵੇਦਾ ਜਿਹੜੀ ਮੈਡੀਸਨ ਹੈਗੀ ਹੈ ਜਾਂ ਆਯੁਰਵੇਦਾ ਹੈ ਸਾਡਾ ਜਿਹੜਾ ਇਹ ਪੁਰਾਣੀ ਜਿਹੜੀ ਸਦੀਆਂ ਪੁਰਾਣੀ ਸਾਡੀ ਨਾ ਇੱਕ ਤਰ੍ਹਾਂ ਦੀ ਇਹ ਸਾਇੰਸ ਲਾ ਲਓ ਨਾ ਜਿਸ ਤਰ੍ਹਾਂ ਇਲਾਜ ਜੜੀ ਬੂਟੀਆਂ ਦੇ ਨਾਲ ਦਵਾਈਆਂ ਤਿਆਰ ਕਰਕੇ ਇਹ ਕੀਤਾ ਜਾਂਦਾ ਸੀਗਾ। ਠੀਕ ਅੱਜ ਐਲੋਪੈਥੀ ਆ ਗਈ ਆ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਵੀ ਮੈਂ ਦੇਖਿਆ ਕਿ ਬਹੁਤ ਸਾਰੇ ਇਲਾਜ ਨੇ ਜਿਹੜੇ ਉਹ ਅਸੀਂ ਅਕਸਰ ਸਮਾਜ ਦੇ ਵਿੱਚ ਵਿਚਰਦੇ ਹਾਂ ਅਤੇ ਕਈ ਇੱਦਾਂ ਦੀਆਂ ਬਿਮਾਰੀਆਂ ਨੇ ਵੀ ਜਿਨ੍ਹਾਂ ਦਾ ਇਲਾਜ ਐਲੋਪੈਥਿਕ ਨੂੰ ਹੈ ਹੀ ਨਹੀਂਗਾ ਅਤੇ ਕਈਆਂ ਦਾ ਹੋਮਿਓਪੈਥਿਕ ਦੇ ਵਿੱਚ ਆ ਕਈਆਂ ਦਾ ਆਯੁਰਵੈਦਿਕ ਦੇ ਵਿੱਚ ਆ। ਸੋ ਅੱਜ ਮੇਰੇ ਨਜ਼ਦੀਕੀ ਪਰਿਵਾਰ ਹੈ ਆਪਣੇ ਜਸਵਿੰਦਰ ਸਿੰਘ ਜੀ ਇਹਨਾਂ ਦੇ ਧਰਮ ਪਤਨੀ ਨੇ ਸਾਡੇ ਭੈਣ ਜੀ ਸੁਰਿੰਦਰ ਕੌਰ ਜੀ ਵੱਲੋਂ ਜੋ ਅੱਜ ਇੱਥੇ ਸ਼ੁਰੂ ਕੀਤਾ ਗਿਆ ਇਹ ਮਾਧੋਬਾਗ ਜੋ ਇੱਕ ਕਾਫੀ ਵੱਡੀ ਚੇਨ ਹੈਗੀ ਆਯੁਰਵੇਦਾ ਦੀ ਪੂਰੇ ਇੰਡੀਆ ਦੇ ਵਿੱਚ ਲੇਕਿਨ ਪੰਜਾਬ 'ਚ ਇਹਨਾਂ ਨੇ 5 ਕਲੀਨਿਕ ਖੋਲ੍ਹੇ ਜਿਹਦੇ ਵਿੱਚੋਂ ਇੱਕ ਲੁਧਿਆਣੇ ਦੇ ਵਿੱਚ ਅੱਜ ਖੋਲ੍ਹਿਆ ਗਿਆ। ਸੋ ਮੈਂ ਵਧਾਈ ਵੀ ਦਿੰਦਾ ਅਤੇ ਮੈਂ ਆਸ ਕਰਦਾ ਕਿਉਂਕਿ ਜੋ ਮੈਨੂੰ ਦੱਸਿਆ ਗਿਆ ਕਿ ਇਹਨਾਂ ਦਾ ਜਿਹੜਾ ਟਰੀਟਮੈਂਟ ਜਾਂ ਕਿਸੇ ਨੂੰ ਕਰਨ ਦਾ ਢੰਗ ਹੈਗਾ ਪੇਸ਼ੈਂਟ ਦਾ ਕਿ ਉਹਨਾਂ ਨੂੰ ਉਹਨਾਂ ਦੀ ਜਿਹੜਾ ਲਾਈਫ ਸਟਾਈਲ ਚੇਂਜ ਕਰਨਾ ਉਹਨਾਂ ਨੂੰ ਡਾਈਟ ਪਲਾਨ ਦੇਣਾ ਐਕਸਰਸਾਈਜ਼ ਥੈਰੇਪੀਜ਼ ਨੇ ਜਿਹੜੀਆਂ ਸੋ ਉਹ ਸਾਰਿਆਂ ਦੇ ਨਾਲ ਹੀ ਜਿਹੜਾ ਉਹਨਾਂ ਦਾ ਇਲਾਜ ਕਰਦੇ ਨੇ। ਸੋ ਇੱਕ ਬਹੁਤ ਵਧੀਆ ਗੱਲ ਹੈਗੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹੈਲਥ ਤੋਂ ਉੱਪਰ ਕੁਛ ਨਹੀਂ। ਪਿੱਛੇ ਕਰੋਨਾ ਤੋਂ ਬਾਅਦ ਤਾਂ ਲੋਕਾਂ ਨੇ ਕਾਫੀ ਇਸ ਗੱਲ ਨੂੰ ਅਹਿਸਾਸ ਕੀਤਾ ਕਿ ਸਭ ਤੋਂ ਜ਼ਰੂਰੀ ਹੈਲਥ ਆ। ਅੱਜ ਕੱਲ੍ਹ ਲਾਈਫ ਬੜੀ ਫਾਸਟ ਹੋ ਚੁੱਕੀ ਹੈ ਨਾ ਉਹਦੇ ਵਿੱਚ ਹਰ ਬੰਦਾ ਬੜਾ ਬਿਜ਼ੀ ਹੈਗਾ ਵਾ ਅਸੀਂ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ। ਸੋ ਸਭ ਤੋਂ ਜ਼ਰੂਰੀ ਮੈਂ ਸਮਝਦਾ ਕਿ ਹੈਲਥ ਹੈਗੀ ਆ ਸਾਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆਪਣੀ ਡਾਈਟ ਰੈਗੂਲਰ ਐਕਸਰਸਾਈਜ਼ ਤੁਹਾਡੀ ਰੂਟੀਨ
ਸੋ ਇਹ ਬਹੁਤ ਗੱਲਾਂ ਤੁਹਾਡੇ ਵੱਸ ਨੇ, ਕੁਛ ਕੁਦਰਤ ਦੇ ਵੱਸ ਵੀ ਹੈ, ਲੇਕਿਨ ਠੀਕ ਹੈ ਬਹੁਤ ਕੁਛ ਤੁਸੀਂ ਆਪ ਕੰਟਰੋਲ ਕਰ ਸਕਦੇ ਹੋ ਨਾ। ਸਾਡੇ ਲਾਈਫ ਸਟਾਈਲ 'ਤੇ, ਸਾਡੇ ਖਾਣੇ ਪੀਣੇ 'ਤੇ ਬਹੁਤ ਚੀਜ਼ਾਂ ਇਹ ਡਿਪੈਂਡ ਕਰਦੀਆਂ ਨੇ, ਕਿਉਂਕਿ ਮੈਂ ਆਪ ਸਪੋਰਟਸਮੈਨ ਰਿਹਾ। ਮੈਂ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਬਹੁਤ ਸਾਰੇ ਸਪੋਰਟਸ ਪਾਰਕ ਬਣਵਾਏ ਨੇ, ਅਤੇ ਉਹਦਾ ਰਿਜ਼ਲਟ ਇਹਨੀ ਹਰ ਫੀਲਡ ਦੇ ਵਿੱਚ ਲੜਕੀਆਂ ਲਈ, ਬੱਚਿਆਂ ਲਈ, ਬਜ਼ੁਰਗਾਂ ਲਈ, ਉੱਥੇ ਬਜ਼ੁਰਗ ਵੀ ਆਉਂਦੇ ਨੇ, ਨੌਜਵਾਨ ਵੀ ਖੇਡਣ ਆਉਂਦੇ ਨੇ, ਅਤੇ ਉਹਦੇ ਬੜੇ ਵਧੀਆ ਰਿਜ਼ਲਟਸ ਮਿਲ ਰਹੇ ਨੇ। ਸੋ ਇਸ ਲਈ ਇੱਕ ਬਹੁਤ ਵਧੀਆ ਇਹ ਉਪਰਾਲਾ ਹੈਗਾ। ਅਤੇ ਅੱਜ ਦੇ ਟਾਈਮ ਸਭ ਤੋਂ ਵੱਡੀ ਗੱਲ ਆ ਅਵੇਅਰਨੈਸ ਦੀ, ਕਿਉਂਕਿ ਕਿਹਾ ਜਾਂਦਾ ਕਿ ਪਰਹੇਜ਼ ਹੀ ਸਭ ਤੋਂ ਵੱਡਾ ਇਲਾਜ ਆ। ਸੋ ਇਸ ਲਈ ਜਿੰਨਾ ਵੀ ਅਸੀਂ ਪਰਹੇਜ਼, ਅੱਜ ਜਿਹੜਾ ਵੱਡੀ ਜੋ ਮੈਂ ਇਸ ਗੱਲ ਸਮਝਦਾ ਕਿ ਜਿਹੜੇ ਫਾਸਟ ਫੂਡ ਨੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਕਿਸੇ ਵੀ ਜਿਹੜਾ ਦੇਸ਼ ਆ, ਕੋਈ ਸੂਬਾ ਹੈਗਾ, ਉੱਥੋਂ ਦੇ ਜਿਹੜੇ ਫੂਡ ਹੈਗਾ, ਖਾਸ ਤੌਰ 'ਤੇ ਜਿਹੜੇ ਸਾਡੇ ਪੁਰਾਣੇ ਖਾਣੇ ਨੇ, ਉਹਦੇ ਹਿਸਾਬ ਨਾਲ ਹੈ ਕਿ ਉੱਥੇ ਤਾਂ ਵੈਦਰ ਗਰਮੀਆਂ 'ਚ ਕੀ ਆ, ਸਰਦੀਆਂ 'ਚ ਸਾਡੇ ਖਾਣੇ ਉੱਦਾਂ ਦੇ ਹੁੰਦੇ ਨੇ। ਲੇਕਿਨ ਆ ਜਿਹੜੀ ਗਲੋਬਲਾਈਜੇਸ਼ਨ ਹੋ ਚੁੱਕੀ ਆ ਨਾ, ਜਿਹੜੇ ਫੂਡ -30 ਡਿਗਰੀ 'ਚ ਖਾਏ ਜਾਂਦੇ ਸੀ, ਅੱਜ ਅਸੀਂ +40 'ਚ ਖਾ ਰਹੇ ਹਾਂ ਨਾ। ਇਹਦੇ ਕਰਕੇ ਜਿਹੜੀਆਂ ਬਿਮਾਰੀਆਂ, ਠੀਕ ਆ ਇਲਾਜ ਵੀ ਬੜੇ ਨੇ, ਲੇਕਿਨ ਉਹਦੇ ਕਰਕੇ ਬਿਮਾਰੀਆਂ ਵੀ ਬੜੀਆਂ ਆਉਂਦੀਆਂ ਨੇ। ਸੋ ਅੱਜ ਦੇ ਸਮੇਂ ਸਭ ਤੋਂ ਵੱਧ ਸਾਨੂੰ ਜਾਗਰੂਕ ਹੋਣ ਦੀ ਲੋੜ ਆ। ਸੋ ਮੈਂ ਸਮਝਦਾ ਕਿ ਇਹ ਆਯੁਰਵੇਦਾ ਰਾਹੀਂ ਜਿੱਥੇ ਇਹਨਾਂ ਨੇ ਇਲਾਜ ਵੀ ਕਰਨਾ, ਤੇ ਲੋਕਾਂ ਨੂੰ ਅਵੇਅਰ ਵੀ ਕਰਨਗੇ, ਜਾਗਰੂਕ ਵੀ ਕਰਨਗੇ, ਉਹਨਾਂ ਦਾ ਲਾਈਫ ਸਟਾਈਲ, ਖਾਣਾ ਪੀਣਾ ਸਾਰਾ ਉਹਨਾਂ ਨੂੰ ਲੋਕਾਂ ਨੂੰ ਸਹੀ ਉਹਨਾਂ ਨੂੰ ਦੱਸਣਗੇ ਇਹਦੇ ਬਾਰੇ। शरीर बुरी तरह सुइयों से गुदा रहता है। आज सामान्य हम बड़ा आम हो गया है, हॉस्पिटलों में मृत्यु की मांग करता हुआ आज का प्राणी बहुत ही आम सी बात हो गई है। बधाई इसलिए कहती हूँ कि हमारे इस धरती का जो ऋषियों मुनियों की वर्षों की तपस्या का जो प्रसाद है आयुर्वेद, आज का समय जहाँ 21 जून आगामी समय जहाँ हम योग के प्रति एक दूसरे को आज हमारा राष्ट्र समूचे विश्व को आज जागरूक कर रहा है, इसी की मैं कहूँगी आयुर्वेद चिकित्सा भी उसी श्रेणी में भारत की ज़मीन से जब हम अपने ही स्वास्थ्य की तकनीकों को जब हम अपनाएंगे और जब हम अंग्रेज़ी दवाओं की तरफ आज जा रहे हैं, ऐसे समय में विशेष धन्यवाद देती हूँ श्रीमती सुरेंद्र कौर जी को, जिन्होंने आज यहाँ बेहद खूबसूरत एक आयुर्वेदिक चिकित्सा केंद्र, जो कि आज लुधियाना वासियों के लिए विशेषकर विजयानंद हॉस्पिटल के नज़दीक कॉलेज रोड पर यहाँ आज उन्होंने इसकी इनॉग्रेशन है। अवश्य कहूँगी इसके इनॉग्रेशन से जहाँ पर ये केवल मैं ये कहूँगी ये एक आय का साधन मात्र नहीं, इसे मैं सेवा के क्षेत्र में, स्वास्थ्य के क्षेत्र में, जो हमारे मुनियों ने कहा कि सबसे पहला सुख निरोगी काया, फिर दूसरा सुख कहा है खर्चन को माया। तो आज यहाँ से ये संकेत, ये संदेश सभी की ओर जाता है कि सर्वप्रथम इस ज़मीन की जो हमारी जड़ी बूटियों की जो संजीवनी है, आप उस और लौटें, और स्वास्थ्य जो जिस प्रकार से हमने नदियाँ हमने प्रदूषित कर दी, हवा प्रदूषित कर दिया, स्थल प्रदूषित कर दिया, आइए आयुर्वेद के इस छोटे से इस प्रयास के साथ, इस तकनीक के साथ हम स्वयं भी स्वस्थ हों और स्वास्थ्य लाभ करके स्वास्थ्य की जो हमारी ज़रूरत है उसको प्रकृति के स्वास्थ्य के साथ भी जोड़कर दोनों क्षेत्र में हम विवेक बुद्धिजीवी के साथ हम इस ओर कारगर हों। पंजाबी फिल्मों की लड़ी हेठ एक होर फिल्म दस्तक देने लई तैयार है। फिल्म का नाम है जट निकट्टू। इस फिल्म को MM मूवीज़ ते पंजाबी स्क्रीन एंटरटेनमेंट ने सांझे तौर पर पेश किया है। यह फिल्म एक साधारण इंसान की जिंदगी को दर्शाती है। पंजाबी फिल्म जट निकट्टू विच हरविंदर औजला, दिवजोत कौर मुख भूमिका विच नज़र आ रहे हैं। उन्हां तो इलावा तरसेम पाल, विजय टंडन, सतीश कोल, मलकीत रौणी, गुरिंदर मकना, बॉब खैरा भी काम कर रहे हैं। पंजाबी फिल्म जट निकट्टू की कहानी मनमोहन सिंह ने लिखी है। स्क्रीन प्ले ते डायलॉग जगदीश सचदेवा ने लिखे हैं। गीतकार दलजीत सिंह अरोड़ा ते फिल्म विचला साज गुरमीत सिंह, जसकरण सोहल ते किशोर ने दिता है। फिल्म जट निकट्टू नूं डायरैक्ट किया है मनजोत सिंह ने ते फिल्म नूं प्रोड्यूस किया है सरदार मनमोहन सिंह ने। ते जल्द ही ये फिल्म चौपाल ऐप ते देखण नूं मिलेगी। कैनेडा के मैनीटोबा सूबे विच एक सैमी ट्रेलर ट्रक ने एक मिनी बस नूं टक्कर मार दी ते इस हादसे विच घट्टो-घट्ट 15 लोगों की मौत हो गई। बस विच ज़्यादातर बजुर्ग सवार सन। स्थानक पुलिस ने जानकारी दी कि यह हादसा हाल ही के कैनेडियन इतिहास में सब तो घातक सड़क हादसा विचों एक है। कैनेडियन शहर विनीपेग विच एक अखबार ने दस्सिया कि पीड़ित एक स्थानक
ਕੈਸੀਨੋ ਨੇੜੇ ਜਾ ਰਹੇ ਸਨ ਤੇ ਇਹ ਹਾਦਸਾ ਵਿਨੀਪੈਗ ਤੋਂ 170 ਕਿਲੋਮੀਟਰ 105 ਮੀਲ ਪੱਛਮ ਵਿੱਚ ਦੱਖਣ ਪੱਛਮੀ ਮੈਨੀਟੋਬਾ ਵਿੱਚ ਕਾਰੋਬਾਰੀ ਕਸਬੇ ਦੇ ਨੇੜੇ ਦੋ ਵੱਡੀਆਂ ਸੜਕਾਂ ਤੇ ਜੰਕਸ਼ਨ ਤੇ ਵਾਪਰਿਆ। ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਮਾਂਡਰ ਅਸਿਸਟੈਂਟ ਕਮਿਸ਼ਨਰ ਰੋਬਿਲ ਨੇ ਕਿਹਾ ਹੈ ਕਿ ਟੱਕਰ ਦੇ ਨਤੀਜੇ ਵਜੋਂ ਘੱਟੋ-ਘੱਟ 15 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਸਾਹਮਣੇ ਆਈ ਹੈ ਤੇ ਰੋਬਿਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਅਫਸੋਸ ਦੀ ਗੱਲ ਹੈ ਕਿ ਮੈਨੀਟੋਬਾ ਵਿੱਚ ਪੂਰੇ ਕੈਨੇਡਾ ਵਿੱਚ ਇੱਕ ਅਜਿਹਾ ਦਿਨ ਹੈ ਜਿਸ ਨੂੰ ਇੱਕ ਤਰਾਸਦੀ ਅਤੇ ਅਸ਼ਵਿਸ਼ਵਾਸਯੋਗ ਉਦਾਸੀ ਵਜੋਂ ਯਾਦ ਕੀਤਾ ਜਾਵੇਗਾ। ਉਸਨੇ ਦੱਸਿਆ ਕਿ ਉਸ ਬੱਸ ਵਿੱਚ ਤਕਰੀਬਨ 25 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਬਜ਼ੁਰਗ ਸਨ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।